मैं एक बड़ा साफ और स्पष्ट क्वेश्चन पूछदा हुंदा, ਅਸੀਂ ਤੁਸੀਂ ਬੈਠੇ ਆ, ਇਹ ਮਾਈਕ ਤੋਂ ਮੈਂ ਗੱਲ ਕਰ ਰਿਹਾ ਨਾ, ਇਹ ਖੇਚ ਚੁੱਕਿਆ, ਉਹ ਜਿਹੜਾ ਸਾਹਮਣੇ ਕੈਮਰਾ ਉਹ ਖੇਚ ਚੁੱਕਿਆ, ਜਾਂ ਤੁਸੀਂ ਵੀ ਲੈਪਰ ਨਾਲ ਖੇਚ ਚੁੱਕਿਆ, ਜਾਂ ਕਿਸਾਨ ਜਿਹੜੇ ਕੱਪੜੇ ਪਾਉਂਦੇ ਉਹ ਖੇਚ ਚੁੱਕੇ ਨੇ, ਜਾਂ ਜਿਹੜੇ ਟਰੈਕਟਰ 'ਚ ਗਏ ਉਹ ਖੇਚ ਚੁੱਕਿਆ, ਜਾਂ ਜਿਹੜੇ ਤਰਪਾਲ ਲਈ ਖੇਚ ਚੁੱਕੀ ਹੈ, ਜਾਂ ਜਿਹੜੀ ਰੋਟੀ ਮੇਕਿੰਗ ਮਸ਼ੀਨਾਂ ਇੱਕ ਪਾਸੇ ਆਟਾ ਪਾਓ ਦੂਜੇ ਪਾਸੇ ਰੋਟੀ ਨਿਕਲਦੀ ਹੈ, ਕਿਆ ਖੇਚ ਚੁੱਕੀ ਹੈ? ਨਹੀਂ। ਕਾਮਰੇਡ ਔਰ ਨੈਕਸਟ ਸਲਾਈਡ ਦੀ ਗੱਲ ਕੀਤੀ ਹੈ। ਇਹ ਬਿਆਨ ਲਗਾਤਾਰ ਭਾਜਪਾ ਦੇ ਲੀਡਰਾਂ ਵੱਲੋਂ ਸਾਹਮਣੇ ਆ ਰਹੇ ਨੇ। ਰੱਖਿਆ ਮੰਤਰੀ ਦੇਸ਼ ਦੇ ਰਾਜਨਾਥ ਸਿੰਘ ਉਹਨਾਂ ਨੇ ਕਿਹਾ ਹੈ ਕਿ ਨਕਸਲਵਾਦੀ ਤੇ ਆਤੰਕਵਾਦੀ ਕਹਿਣਾ ਬਹੁਤ ਹੀ ਮੈਂ ਇਸ ਚੀਜ਼ ਦੀ ਨਿਖੇਧੀ ਕਰਦਾ, ਕਿਉਂਕਿ ਜਿਹੜਾ ਸਿੱਖਾਂ ਦਾ ਯੋਗਦਾਨ ਹੈ ਨਾ ਪੰਜਾਬ ਦੇ ਲਈ ਜਾਂ ਦੇਸ਼ ਦੇ ਲਈ ਬਹੁਤ ਵੱਡਾ ਰਿਹਾ ਹੈ। ਔਰ ਇਹ ਕਿੱਥੇ ਤੱਕ ਸਾਰਥਕ ਲੱਗਦਾ ਹੈ ਤੁਹਾਨੂੰ ਨਕਸਲਵਾਦੀ ਆਤੰਕਵਾਦੀ ਘੋਸ਼ਿਤ ਕਰਨਾ? ਜਦੋਂ ਦੇਸ਼ ਦੀਆਂ ਸਰਹੱਦਾਂ ਤੇ ਪੰਜਾਬੀ ਲੜਦੇ ਨੇ ਤਾਂ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ, ਜਦੋਂ ਉਹਨਾਂ ਦੇ ਗੋਲੀਆਂ ਵੱਜਦੀਆਂ ਨੇ ਸੀਨੇ ਦੇ ਵਿੱਚ, ਤੇ ਜਦੋਂ ਆਪਣੇ ਹੱਕਾਂ ਦੇ ਲਈ ਉਹ ਸਰਹੱਦਾਂ ਤੇ ਲੜ ਰਹੇ ਨੇ ਤਾਂ ਉਹਨਾਂ ਨੂੰ ਆਤੰਕਵਾਦੀ ਤੇ ਨਕਸਲਵਾਦੀ ਕਿਹਾ ਜਾ ਰਿਹਾ ਹੈ। किसानी आंदोलन है ना जी, MSP इंश्योर करनी है, सरकारी खरीद इंश्योर करनी है, सरकारी मंडी इंश्योर करनी है, इन्हां खदशिਆਂ ਨੂੰ ਲੈ ਕੇ ਉੱਥੇ ਬੈਠੇ ਨੇ ਧਰਨੇ ਤੇ ਉੱਥੇ ਉਹਨਾਂ ਲੋਕਾਂ ਦੀ ਫੋਟੋਆਂ ਧਰਨੇ 'ਚ ਕੀ ਕਰਦੀਆਂ ਨੇ ਜਿਨ੍ਹਾਂ ਲੋਕਾਂ ਨੂੰ ਥਾਣਿਆਂ ਨੇ ਪਰਚੇ ਦਰਜ ਕੀਤੇ ਅਲੱਗ-ਅਲੱਗ ਸੂਬਿਆਂ 'ਚ, ਕੱਲਾ ਕੋਈ ਇੱਕ ਸੂਬੇ 'ਚ ਨਹੀਂ, ਅਲੱਗ ਸੂਬਿਆਂ 'ਚ, ਤੇ ਉਹ ਨਕਸਲਵਾਦੀ ਜਦ ਪੋਸਟਰ ਆਉਣਗੇ ਤੇ ਪੋਸਟਰ ਤੁਹਾਡੇ ਧਰਨਿਆਂ 'ਚ ਲੈ ਕੇ ਬੈਠੇ ਆ, ਅਸੀਂ ਤਾਂ ਨਹੀਂ ਦਿੱਤੇ ਪੋਸਟਰ, ਔਰ ਉਹ ਅਖਬਾਰਾਂ ਛਪੇ, ਵੀਡੀਓ ਚੱਲੇ, ਬਾਅਦ 'ਚ BKU ਉਗਰਾਹਾਂ, BKU ਡਕੌਂਡਾ, ਹੋਰ ਜਥੇਬੰਦੀਆਂ ਨੇ ਓਨ ਵੀ ਕੀਤਾ ਕਿ ਹਾਂ ਸਾਡਾ ਏਜੰਡਾ ਹੈ। ਤੇ ਫਿਰ ਜੇ ਤੁਸੀਂ ਇਹ ਏਜੰਡਾ ਹੈ ਨੈਕਸਲਾਈਟਸ ਨੂੰ, ਜਿਹੜੇ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਨਹੀਂ ਦਿੱਤੀ, ਇਸ ਦੇਸ਼ ਦੀ ਕੋਰਟ ਨੇ ਜ਼ਮਾਨਤ ਦਿੱਤੀ, ਤੇ ਫਿਰ ਨੈਕਸਲਾਈਟ ਤੁਸੀਂ ਆਪਣਾ ਐਵੀਡੈਂਸ ਆਪ ਕ੍ਰੀਏਟ ਕਰ ਰਹੇ ਹੋ, ਅਸੀਂ ਝੂਠ ਬੋਲ ਰਹੇ ਹਾਂ। ਸੋ ਇੱਕ ਗੱਲ ਯਾਦ ਰੱਖਣਾ, ਜਿਹੜਾ ਹੁਣ ਉੱਥੇ ਕੋਈ ਬੰਦਾ ਖਾਲਿਸਤਾਨ ਦਾ ਨਾਰਾ ਲਗਾਉਂਦਾ, ਭਿੰਡਰਾ ਵਾਲਾ ਜਿਹਨੂੰ ਅਸੀਂ ਸੰਤ ਨਹੀਂ ਮੰਨਦੇ, ਠੀਕ ਹੈ ਨਾ, ਜਿਹਨੂੰ ਅਸੀਂ ਪੰਜਾਬ ਦੇ ਕਾਲੇ ਦੌਰ ਲਈ ਜ਼ਿੰਮੇਵਾਰ ਮੰਨਦੇ ਆ, ਜੇ ਉਹਦੀ ਫੋਟੋ ਲੈ ਕੇ ਲੋਕ ਉੱਥੇ ਖੜੇ ਹੋਣਗੇ ਤੇ ਵੀਡੀਓ ਵਾਇਰਲ ਹੋਣਗੇ ਤੇ ਫਿਰ ਜਨਤਕ ਹੋਣਗੇ, ਉਹ ਅਸੀਂ ਤਾਂ ਨਹੀਂ ਕੀਤੇ। ਜੇ ਉਹ ਨਾਰੇ ਲੱਗਣਗੇ ਫਿਰ ਲੋਕ ਖਾਲਿਸਤਾਨ ਦਾ ਇਸ ਨੂੰ ਸਿਰਫ ਸਮਝੋ ਨਹੀਂ, ਅਸੀਂ ਤਾਂ ਕਿਤੇ ਕਹਿ ਨਹੀਂ ਸਾਬਿਤ, ਅਸੀਂ ਕਰਨਾ ਹੀ ਨਹੀਂ, ਅਸੀਂ ਕੀ ਸਾਬਿਤ ਕਰਨਾ ਹੈ? ਹੁਣ ਜਿਹੜੇ ਇਸ ਇਨਸਾਨੀਅਤ ਦੇ ਨਾਤੇ ਦੱਸੋ, ਪੈਂਜੀ ਇਨਸਾਨੀਅਤ ਕੀ ਹੁੰਦੀ ਹੈ? ਇਨਸਾਨੀਅਤ ਇੱਕ ਸੈਕਿੰਡ ਨਹੀਂ, ਪਾਰਟੀਬਾਜ਼ੀ ਗੱਲ ਹੀ ਕੋਈ ਨਹੀਂ ਹੈ। ਮੈਂ ਦੁਬਾਰਾ ਮੇਰਾ ਕਿਸਾਨ ਜਥੇਬੰਦੀ ਨੂੰ ਪ੍ਰਸ਼ਨ ਹੈ। ਕਾਨੂੰਨਾਂ ਦੇ ਲਗਾਤਾਰ ਭਾਜਪਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਕਿਸਾਨਾਂ ਤੇ ਇਹ ਲਾਹੇਵੰਦ ਨੇ, ਹਾਲਾਂਕਿ ਕੁਛ ਨਾ ਕੁਛ ਜਿਹੜੇ ਤੁਸੀਂ ਵੀ ਗੱਲ ਕਰ ਰਹੇ ਹੋ ਕਿ ਜਿਹੜੇ ਚੇਂਜਸ ਨੇ ਬਿੱਲਾਂ ਦੇ ਵਿੱਚ ਕੀਤੇ ਜਾ ਰਹੇ ਨੇ, ਚੇਂਜਸ ਨਹੀਂ, ਐਡ ਆਨ ਦੋ ਗੱਲਾਂ ਸਿਰਫ, ਇਹਨਾਂ ਦੀ ਇੰਨਾ ਸਾਰਾ ਬਵੰਡਰ ਬਣਾਇਆ ਹੈ। ਜਿਹੜੀਆਂ ਮੰਗਾਂ ਨੇ, ਬਿਜਲੀ ਬਿੱਲ ਦਾ 3 ਬਿੱਲਾਂ ਨਾਲ ਕੋਈ ਸੰਬੰਧ ਨਹੀਂ ਹੈ। ਇੱਕ ਸੈਕਿੰਡ ਤੁਹਾਡੀ ਨਾ ਬੈਠੋ, ਤੁਹਾਡੀ ਮਰਜ਼ੀ ਹੈ, ਤੁਸੀਂ ਆਪਣੀ ਮਰਜ਼ੀ ਨਾਲ ਬੈਠੇ। ਭੈਣ ਜੀ ਮੈਨੂੰ ਇਹ ਸਮਝਾਓ, ਜਾਨਾਂ ਦੀ ਗੱਲ ਨਹੀਂ, ਤੁਹਾਨੂੰ ਜਿਹੜੇ ਥਾਣੇ 'ਚ ਬੈਠੇ ਨੇ ਉਹਨਾਂ ਨੂੰ BJP ਨੇ ਬਿਠਾਇਆ, ਤੁਸੀਂ ਪ੍ਰੋਟੈਸਟ ਤੁਹਾਡਾ ਹੱਕ ਹੈ ਭੈਣ ਜੀ, ਪ੍ਰੋਟੈਸਟ ਤੁਹਾਡਾ ਹੱਕ ਹੈ, ਧਰਨਾ ਮਾਰਨਾ ਤੁਹਾਡਾ ਹੱਕ ਹੈ, ਪ੍ਰਦਰਸ਼ਨ ਕਰਨਾ ਤੁਹਾਡਾ ਹੱਕ ਹੈ, ਭੁੱਖ ਹੜਤਾਲ ਤੇ ਬੈਠਣਾ ਤੁਹਾਡਾ ਹੱਕ ਹੈ। ਤੁਸੀਂ ਆਪਣੇ ਹੱਕਾਂ ਦੇ ਨਾਲ ਉੱਥੇ ਬੈਠੇ ਹੋ ਤੇ ਬੈਠੋ ਨਾ ਠੰਡ 'ਚ, ਤੁਹਾਨੂੰ ਪਤਾ ਨਹੀਂ ਮੌਸਮ ਖਰਾਬ ਹੈ, ਗਰਮੀ 'ਚ ਆ ਜਾਓ। ਇਹ ਤਾਂ ਕਦੇ ਜਾਣਾਂਗੇ ਤਾਂ BKU ਜ਼ਿੰਮੇਵਾਰ, ਕਿਸਾਨ ਜਥੇਬੰਦੀਆਂ ਜ਼ਿੰਮੇਵਾਰ ਨੇ, ਕਿਸਾਨ ਜਥੇਬੰਦੀ ਨਹੀਂ ਤਾਂ ਹਮਦਰਦੀ ਕੀ ਹੈ? ਤੁਸੀਂ ਆਪ ਧਰਨੇ ਤੇ ਬੈਠੇ ਹੋ, ਅਸੀਂ ਬਿਠਾਏ। ਇੱਕ ਮੁਕੇਰੀ ਅੰਦਰ ਪੋਸਟਰ ਆਉਂਦਾ ਹੈ, ਗੱਡੀ ਉੱਪਰ ਪੋਸਟਰ ਲੱਗਿਆ ਸੀ ਕਿ ਗਊ ਮਾਤਾ ਦਾ ਦੁੱਧ ਦੀ ਜਗ੍ਹਾ ਮੂਤ ਪੀਣ ਵਾਲੇ ਸਾਨੂੰ ਸਮਝਾਣ ਕਿਸਾਨੀ ਸੰਘਰਸ਼ ਕਿਹਾ। ਲੋਕਾਂ ਨੇ ਗੱਡੀ ਰੋਕ ਲਈ, ਉਹਨਾਂ ਦਾ ਪੋਸਟਰ ਹਟਾ, ਉਹਨੇ ਪੋਸਟਰ ਨਹੀਂ ਹਟਾਇਆ, ਉਹ ਥਾਣੇ ਚਲਾ ਗਿਆ, ਤੇ ਜਿਹੜੇ ਲੋਕ ਪੋਸਟਰ ਅਪੋਜ਼ ਕਰ ਰਹੇ ਸੀਗੇ ਉਹਨਾਂ ਦੇ ਉੱਪਰ ਪਰਚਾ ਦਰਜ ਹੋ ਗਿਆ। ਤੇ ਇਹ 3 ਪੋਲੀਟੀਕਲ ਪਾਰਟੀ ਚੁੱਪ ਰਹੀਆਂ ਵੀ ਗਊ ਮਾਤਾ ਦੇ ਵਿੱਚ ਇਹ ਅਪਸ਼ਬਦ ਨਹੀਂ ਬੋਲਣੇ, ਗਲਤ ਹੈ। ਕਿਸਾਨ ਜਥੇਬੰਦੀ ਦੇ ਮੰਚ ਦੇ ਉੱਪਰ ਯੋਗਰਾਜ ਸਿੰਘ ਬੋਲਦਾ ਹੈ, ਹਿੰਦੂ ਬਹੁ ਬੇਟੀਆਂ ਬਾਰੇ ਅਪਸ਼ਬਦ ਬੋਲਦਾ, ਤੁਹਾਨੂੰ ਸਾਰਿਆਂ ਨੂੰ ਪਤਾ ਜੋ ਉਹਨੇ ਬੋਲੇ ਨੇ। ਕਿਸਾਨ ਜਥੇਬੰਦੀਆਂ ਨੇ ਕੰਡੈਮ ਨਹੀਂ ਕੀਤਾ, 3 ਪੋਲੀਟੀਕਲ ਪਾਰਟੀਆਂ ਚੁੱਪੀ ਤਾਰੀ ਬੈਠੇ ਰਹੀਆਂ। ਹੁਣ ਤਾਂ ਮੈਂ ਝੂਠ ਬੋਲਦਾ ਨਾ ਜੀ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ TV ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਜੀਤ ਕੌਰ। ਇੱਕ ਨਾਰਾ ਹੈ, ਜੈ ਜਵਾਨ ਜੈ ਕਿਸਾਨ। ਇਨੀ ਦਿਨੀ ਦੇਸ਼ ਦੀਆਂ ਸਰਹੱਦਾਂ ਤੇ ਜਵਾਨ ਡਟੇ ਹੋਏ ਨੇ ਤੇ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਡਟੇ ਹੋਏ ਨੇ। ਮਸਲਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਖੇਤੀ ਕਾਨੂੰਨ ਜਿਹੜੇ ਨੇ ਰੱਦ ਕਰਵਾਉਣ ਦੀ ਮੰਗ ਕਿਸਾਨ ਲਗਾਤਾਰ ਕਰ ਰਹੇ ਨੇ। ਜਦੋਂ 2014 ਦੇ ਵਿੱਚ ਭਾਜਪਾ ਦੀ ਸਰਕਾਰ ਨੇ ਸੱਤਾ ਚਾਉਣਾ ਸੀ ਤਾਂ ਸੱਤਾ ਚਾਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਸੰਬੋਧਨ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ, ਜਿਸ ਦੇ ਵਿੱਚ ਉਹ ਕਹਿੰਦੇ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਏਗੀ। ਪਰ 2019 ਜਦੋਂ ਦੁਬਾਰਾ ਕਾਰਜਕਾਲ ਆਉਂਦਾ ਹੈ ਤਾਂ ਕਿਸਾਨ ਜਿਹੜੇ ਨੇ ਸੜਕਾਂ ਤੇ ਆਉਂਦੇ ਨੇ। ਇਸ ਤੋਂ ਪਹਿਲਾਂ ਜੇ ਰਤਾ ਝਾਤ ਮਾਰੀਏ ਤਾਂ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਜਿਹੜਾ ਹੈ ਉਹ ਨਿਰੰਤਰ ਚੱਲਦਾ ਰਹਿੰਦਾ ਹੈ। ਖਿੱਚੋਤਾਣ ਭਾਜਪਾ ਤੇ ਕਿਸਾਨਾਂ ਦੇ ਵਿਚਾਲੇ ਜਾਰੀ ਹੈ। ਹਾਲਾਂਕਿ ਲੰਘੇ ਦਿਨੀ ਜਿਹੜੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਕੁਛ ਨਾ ਕੁਛ ਸਹਿਮਤੀ ਬਣੀ ਹੈ ਦੋਵਾਂ ਧਿਰਾਂ ਦੇ ਵਿੱਚ, ਤੇ 4 ਜਨਵਰੀ ਨੂੰ ਅਗਲੀ ਮੀਟਿੰਗ ਹੋਣ ਵਾਲੀ ਹੈ। ਭਾਜਪਾ ਜਿਹੜੇ ਆਗੂ ਨੇ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਉਹਨਾਂ ਦੇ ਵੱਲੋਂ ਸਾਹਮਣੇ ਆ ਰਹੀਆਂ ਨੇ। ਇਸ ਪੂਰੇ ਵਰਤਾਰੇ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਭਾਜਪਾ ਦੇ ਸੀਨੀਅਰ ਲੀਡਰ ਮੌਜੂਦ ਨੇ, ਵਿਨੀਤ ਜੋਸ਼ੀ।
ਵਿਨੀਤ ਜੀ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕ। ਤੁਹਾਨੂੰ ਵੀ ਵਿਨੀਤ ਜੀ ਸ਼ੁਰੂਆਤ ਕਰਦੇ ਹਾਂ। ਮੈਂ ਪਹਿਲਾਂ ਵੀ ਕਿਹਾ ਹੈ ਕਿ ਮੈਨੂੰ ਪ੍ਰਧਾਨ ਮੰਤਰੀ ਜੀ ਦਾ ਇੱਕ ਭਾਸ਼ਣ ਬਹੁਤ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਭਾਜਪਾ ਦੀ ਸਰਕਾਰ ਕੇਂਦਰ ਦੇ ਵਿੱਚ ਆਏਗੀ ਤਾਂ ਜਿਹੜੀ ਕਿਸਾਨਾਂ ਦੀ ਆਮਦਨ ਹੈ ਉਹ ਦੁੱਗਣੀ ਹੋਏਗੀ। ਪਰ ਜਦੋਂ ਦੁਬਾਰਾ 2019 ਦੇ ਵਿੱਚ ਕਾਰਜਕਾਲ ਆਉਂਦਾ ਹੈ, ਹਾਲਾਂਕਿ 2014 ਦੀ ਗੱਲ ਕਰੀਏ ਤਾਂ ਕਿਸਾਨਾਂ ਦੀ ਦੁਰਦਸ਼ਾ ਕੋਈ ਬਹੁਤ ਹੀ ਜ਼ਿਆਦਾ ਨਹੀਂ ਸੰਭਲਦੀ, ਤੇ 2019 ਚ ਜਦੋਂ ਦੁਬਾਰਾ ਭਾਜਪਾ ਦਾ ਕਾਰਜਕਾਲ ਆਉਂਦਾ ਹੈ ਕੇਂਦਰ ਦੇ ਵਿੱਚ, ਤੇ ਖੇਤੀ ਕਾਨੂੰਨਾਂ ਦਾ ਇੱਕ ਪੈਕੇਜ ਕਿਸਾਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਖੇਤੀ ਕਾਨੂੰਨ ਜਿਹੜੇ ਨੇ ਕਿਸਾਨਾਂ ਲਈ ਲਾਹੇਵੰਦ ਹੋਣਗੇ। ਉਸ ਤੋਂ ਬਾਅਦ ਕਿਸਾਨ ਸੜਕਾਂ ਤੇ ਆਉਂਦੇ ਨੇ ਤੇ ਇਲਜ਼ਾਮ ਇਹ ਲੱਗਦੇ ਨੇ ਕਿ ਕਾਰਪੋਰੇਟ ਘਰਾਣੇ ਨੇ ਜਿਹੜੇ ਕਿਸਾਨਾਂ ਦੀ ਆਮਦਨ ਦੁੱਗਣੀ ਹੋਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੀ ਆਮਦਨ ਜਿਹੜੀ ਹੈ ਉਹ ਦੁੱਗਣੀ ਹੁੰਦੀ ਗਈ। इस तरह के भी इल्ज़ाम तो कोई भी लगा सकता है और डेमोक्रेसी है, और डेमोक्रेसी के अंदर इल्ज़ाम लगाने की अपनी गल कहने की सारे छूट है। साढ़े देश का देश के टुकड़े के नारे लगाने की भी छूट बहुत ज़्यादा है। हालांकि कभी कभी ये प्रश्न चिन्ह आता है कि भी जिस देश के संविधान करके सानू पाओ उसके टुकड़े की गल असीं क्यों करते हैं, पर चलो कोई गल नहीं। साडी श्री नरेंद्र मोदी जी की सरकार लगभग हुण 6 साल पूरे हो चुके हैं, 6वां 7वां साल चलता पाया, और जब तो नरेंद्र मोदी जी ने प्रधानमंत्री के नाते देश की बागडोर संभाली है, लोगों ने उन्होंने मैंडेट दिता है, तब तो लगातार देश का सर्वांगीण विकास होए उसकी चिंता हो रही है। जे नरेंद्र मोदी जी किसानों की चिंता भी कर रहे हैं तो नरेंद्र मोदी जी उस गरीब लेडी की भी चिंता कर रहे हैं, महिला की जिहड़ी अपने पिंड च बांस से राही हवा फूक मार के अपना जिहड़ा है चूल्हा जगाती सी, उन्होंने चूल्हा पहुँच जाए। सारे आज़ादी के 70-75 साल हो गए सीगे, पिंडां च पीण दा पानी नहीं सीगा, ते पीण दा पानी हर घर नूं मिल जाए इहदी चिंता कर रहे सीगे। ये कितनी ज़्यादा साडे लई शर्मिंदगी की गल है कि भी 70-75 साल आज़ाद होए हो गए और साडे देश के अंदर लोगों वास्ते पिंडां दे अंदर ओपन च उन्होंने टॉयलेट जाना पैंदा सी, उन्होंने कोल टॉयलेट नहीं सीगा, ते उन्होंने वो टारगेट भी लिया। सो उन्होंने 360 डिग्री देश के विकास की गल की। उन्होंने सड़कों का जाल चंगा बने ਇਹਦੀ भी चिंता की, क्योंकि इंफ्रास्ट्रक्चर स्ट्रोंग होंदा है, मूवमेंट होंदी डिवेलपमेंट होंदी है। उसी कड़ी च उन्होंने इंडस्ट्रीलाइजेशन की चिंता भी की। उसी कड़ी च उन्होंने जिहड़ा हैगा इन्वायरमेंट की भी चिंता की। हुण साडीआं नदियां पोल्यूटेड हो रही सीगियां, है ना, उन्होंने पोल्यूशन खत्म हो जाए उसकी चिंता भी की। सो उन्होंने हर पक्ष की चिंता करने की कोशिश की। हुण उसी कड़ी च आपां किसानां दी गल कर लईए। तुसीं अपने ओपनिंग रिमार्क्स किसान सुसाइड की गल की, तुसीं अच्छा है गल कर सकते हो, पर उसका भाव यह ना जाए कि नरेंद्र मोदी जी की सरकार च सुसाइड हो रही है। सुसाइड तो लगातार यूपीए के काल च भी हो रही सी, उस तो पहले भी हो रही सी। सो जिहड़ा देश ने किसानी का मॉडल अडॉप्ट किया, खास करके 1962 तो बाद जब एक बार सड़क पर क्राइसिस आ गया सीगा अन्न का, तद अडॉप्ट किया। वो हुण तक पहुँचते उसका रूप यह है कि अज किसान सुसाइड कर रहा है, अज किसान जिहड़ा हैगा सड़कों पर आ रहा है, बार बार आ रहा है। एक मिनट मेरी गल खत्म होने दो। बार बार सड़कों पर आ रहा है, तो जो बार बार सड़कों पर आ रहा है उस मॉडल के अंदर कुछ ना कुछ चेंजिस लियानी पैनी है, ताकि जिहड़ा किसान जिहड़ा है उसकी इनकम इनक्रीज होए, किसान जिहड़ा हैगा प्रॉफिटेबल जिहड़ा उहदा अन्न का काम है, जिन्होंने बिजनेस भी कह सकते हो, अन्न का मतलब अन्न तो सेल ही करते हैं ना, कणक बीज के बेचते हैं, तो उस प्रॉफिट उन्होंने मिले, जिन्नी उन्होंने लागत है, लागत तो बाद उन्होंने पैसे मिले। इसकी भी चिंता करने की जरूरत सीगी। पहली कड़ी जो साडी सरकार बनी तो स्वामीनाथन कमीशन की एक रिपोर्ट है। स्वामीनाथन कमीशन एक किसानी मामलों एक बहुत वड्डी अजकल वो मनी जाती है, जिवें गीता बोलर जी होली बुक कह लो मनी जाती है, तो सारे जथेबंदियों के अक्रॉस ही स्वामीनाथन कमीशन की जी रिपोर्ट है वो लागू करो। तो 8 साल जी है स्वामीनाथन कमीशन जोड़ा सीगा उहदी रिपोर्ट 8 साल यूपीए मनमोहन सिंह जी की सरकार च, कैप्टन अमरिंदर की सरकार च केंद्र च वो 8 साल धूल फांगदी रही। इहदे नाल कि धूल ताल चाड़ी, उन्होंने कई सारिया गल्लां इंप्लीमेंट करनी छुट्टियां, पर जी सब तो महत्वपूर्ण सी वो ये भी कॉस्ट ऑफ प्रोडक्शन जी लागत मूल्य है उत्ते 50% प्रॉफिट के नाल MSP डिक्लेयर की जाए। सो वो फिर साडी सरकार ने उन्होंने भी अनाउंस किया, तो किसानों वास्ते बहुत वड्डी गल सी। वो ठीक है भी हुण दे अंदर एक कॉस्ट ऑफ प्रोडक्शन कैलकुलेट करने लैके डिस्प्यूट है, पर डिस्प्यूट तो 1960 तो चला आ रहा है ना, कोई अज दा नहीं है। वो भी ठीक करने वास्ते ऑलरेडी सब कमेटी बनी हुई है, C2 फार्मूला जिन्होंने कहते हैं, वो लागत मूल्य भी ठीक करने वास्ते वध पे हैं। लेकिन इन्होंने जो सिस्टम 1960 तो चल रहा सीगा कॉस्ट ऑफ प्रोडक्शन कैलकुलेट करने का, वो ऊपर 50% प्रॉफिट के नाल MSP देने की स्वामीनाथन कमीशन जी हैगी है सब तो वड्डी जी रिकमेंडेशन मनी। स्वामीनाथन कमीशन जी ने बकायदा ट्वीट भी किया, अखबार च आर्टिकल भी लिखा कि जड़ियाँ मेरिया रिकमेंडेशनस ने जे उन्होंने मैक्सीमम किसी गवर्नमेंट ने किया है तो नरेंद्र मोदी जी गवर्नमेंट ने किया है, और मैं इसकी शलाघा करदा, उम्मीद करदा जी पेंडिंग है वो भी पूरी हो जाएगी।
ਇਹ ਝੂਠ ਹੈ ਕਿ ਵੀ 3 ਬਿੱਲਾਂ ਕਰਕੇ ਐਮਐਸਪੀ ਬੰਦ ਹੁੰਦੀ ਹੈ, ਸਰਕਾਰੀ ਖਰੀਦ ਬੰਦ ਹੁੰਦੀ ਹੈ, ਸਰਕਾਰੀ ਮੰਡੀ ਬੰਦ ਹੁੰਦੀ ਹੈ। ਝੂਠ ਹੈ ਇਹ। ਇੱਕ ਸੈਕਿੰਡ, ਮੈਂ ਆਪਣੀ ਗੱਲ ਕਰ ਲਵਾਂ ਜੀ, ਤੁਸੀਂ ਵੀ ਕੁਐਸਚਨ ਪੁੱਛ ਲਿਓ। 3 ਬਿੱਲਾਂ ਕਰਕੇ ਨਾ ਤਾਂ ਸਰਕਾਰੀ ਖਰੀਦ ਬੰਦ ਹੁੰਦੀ, ਨਾ ਸਰਕਾਰੀ ਮੰਡੀ ਬੰਦ ਹੁੰਦੀ, ਨਾ ਐਮਐਸਪੀ ਬੰਦ ਹੁੰਦੀ ਹੈ। ਤੁਸੀਂ 3 ਬਿੱਲ ਚੱਕ ਲਓ, ਜਿਹੜੇ 3 ਹੁਣ ਐਕਟ ਹੋ ਗਏ, ਕਾਨੂੰਨ ਚੱਕ ਲਓ, ਹੁਣ ਬਿੱਲ ਕਿਉਂ ਕਹਿਣਾ, ਐਕਟ ਕੋ ਉਹ ਚੱਕ ਲਓ, ਤੇ ਉਹਨਾਂ ਦੀ ਧਾਰਾ ਦੱਸੋ ਵੀ ਇਸ ਧਾਰਾ ਕਰਕੇ ਐਮਐਸਪੀ ਬੰਦ ਹੋ ਰਹੀ ਹੈ, ਸਰਕਾਰੀ ਖਰੀਦ ਬੰਦ ਹੋ ਰਹੀ, ਸਰਕਾਰੀ ਮੰਡੀ ਬੰਦ ਹੋ ਰਹੀ। ਕੁਛ ਨਹੀਂ ਹੋ ਰਿਹਾ, ਠੀਕ ਹੈ। ਲੇਕਿਨ ਇੱਕ ਝੂਠ ਸੀ। ਜਦ ਲੱਖਾਂ ਲੋਕ ਅੰਦੋਲਨ ਕਰਨ, ਜਾਂ ਲੱਖਾਂ ਲੋਕ ਜਿਹੜੇ ਹੈ ਦਿੱਲੀ ਦੇ ਬੂਹੇ ਜਾ ਕੇ, ਮਤਲਬ ਸਾਡੀ ਕੌਮੀ ਰਾਜਧਾਨੀ ਬੂਹੇ ਜਾ ਕੇ ਬਹਿ ਜਾਣ, ਤੇ ਉਹ ਝੂਠ ਵੀ ਸੱਚ ਹੁੰਦਾ ਹੈ। ਅੱਜ ਇਹ ਦੀਵਾਰ ਹੈ, ਮੈਂ ਇਸ ਦੀਵਾਰ ਤੇ ਇੱਕ ਓਮ ਦਾ ਚਿੰਨ੍ਹ ਬਣਾ ਦਾਂ ਔਰ ਮੈਂ ਪੂਜਾ ਕਰਾਂ, 10-20 ਹਜ਼ਾਰ ਬੰਦਾ ਪੂਜਾ ਕਰਤਾ, ਇਸ 'ਚ ਵੀ ਰੱਬ ਵਸਣਾ ਸ਼ੁਰੂ ਹੋ ਜਾਏਗਾ। ਸੋ ਅੱਜ ਉਹ ਝੂਠ ਸੱਚ ਬਣ ਚੁੱਕਿਆ ਹੈ। ਸੋ ਇਸ ਕਰਕੇ ਬਹੁਤ ਦੁਖਦਾਈ ਹੈ। ਮੈਂ ਬਾਰ-ਬਾਰ ਇਹ ਗੱਲ ਕਹਿਣਾ ਔਰ ਰਿਪੀਟਡਲੀ ਕਹਿਣਾ। ਹੁਣ ਤੁਸੀਂ ਕਿਹਾ ਕਿ 2 ਰਾਊਂਡ ਦੀ ਗੱਲ ਚੱਲ ਰਹੀ ਹੈ ਨਾ, 6ਵਾਂ ਰਾਊਂਡ ਹੋਇਆ ਔਰ 6ਵੇਂ ਰਾਊਂਡ ਸਹਿਮਤੀ ਬਣੀ ਹੈ। 6ਵੇਂ ਰਾਊਂਡ ਤੋਂ ਪਹਿਲੇ ਸਰਕਾਰ ਨੇ ਇੱਕ ਪੱਤਰ ਲਿਖਿਆ ਸੀਗਾ ਕਿਸਾਨ ਜਥੇਬੰਦੀ ਨੂੰ ਕਿ ਤੁਸੀਂ ਸਾਨੂੰ ਇਹ ਮੰਗਾਂ ਦਿੱਤੀਆਂ ਔਰ ਇਹ ਮੰਗਾਂ ਦਾ ਅਸੀਂ ਇਸ ਤਰ੍ਹਾਂ ਪ੍ਰਵਾਨ ਕਰ ਰਹੇ ਹਾਂ। ਡਰਾਫਟ ਪ੍ਰਪੋਜ਼ਲ ਭੇਜਿਆ ਸੀਗਾ ਔਰ ਜਿਹੜਾ ਡਰਾਫਟ ਪ੍ਰਪੋਜ਼ਲ ਭੇਜਿਆ ਸੀ ਉਹੀ ਜਿਹੜੀ ਹੈ ਇਸ ਮੀਟਿੰਗ 'ਚ ਓਕੇ ਹੋਣ ਵੱਲ ਵਧਿਆ। ਗੱਲ ਤਾਂ ਉੱਥੇ ਰੁਕੀ ਹੋਈ ਹੈ। ਡਰਾਫਟ ਪ੍ਰਪੋਜ਼ਲ ਜਿਹੜੀ ਭੇਜੀ ਉੱਥੇ ਹੀ ਗੱਲ ਹੈ, ਕੋਈ ਇਸ ਮੀਟਿੰਗ 'ਚ ਕੋਈ ਨਈ ਚੀਜ਼ ਨਹੀਂ ਹੋ ਗਈ। ਹੁਣ ਇਹਨਾਂ ਨੇ ਕਿਹਾ, ਦੇਖੋ ਕੁਝ ਇਹਨਾਂ ਦੀ ਮੰਗਾਂ ਨੇ। ਮੰਗਾਂ ਕੀ ਹੈ ਜੀ? ਐਮਐਸਪੀ ਚੱਲਣੀ ਚਾਹੀਦੀ ਹੈ। ਇਹਨਾਂ ਦੀ ਮੰਗ ਸੀਗੀ ਵੀ ਸਾਨੂੰ ਜਿਹੜਾ ਹੈਗਾ ਤੁਸੀਂ ਨਏ ਬਿੱਲ ਦੇ ਅੰਦਰ ਜਿੱਥੇ ਕੰਟਰੈਕਟ ਫਾਰਮਿੰਗ ਹੈ, ਐਸਡੀਐਮ ਤੋਂ ਬਾਅਦ ਸਾਨੂੰ ਸਿਵਲ ਕੋਰਟ ਜਾਣ ਦੀ ਇਜਾਜ਼ਤ ਦਿੱਤੀ ਜਾਏ। ਉਹ ਠੀਕ ਹੈ। ਜਿਹੜੇ ਸਰਕਾਰੀ ਮੰਡੀ ਤੋਂ ਬਾਅਦ ਤੁਸੀਂ ਕਿਸੇ ਨੂੰ ਵੀ ਆਪਣਾ ਜਦ ਅਨਾਜ ਵੇਚੋਗੇ, ਜਿਹੜਾ ਬੰਦਾ ਬਾਏ ਕਰੇਗਾ ਉਹਦੀ ਆਈਡੈਂਟੀਫਿਕੇਸ਼ਨ ਹੋਰ ਸਿਕਿਉਰ ਕਰਨ ਵਾਸਤੇ ਸਟੇਟ ਗਵਰਨਮੈਂਟ 'ਚ ਰਜਿਸਟ੍ਰੇਸ਼ਨ ਦਾ ਪ੍ਰੋਸੀਜਰ ਕੀਤਾ ਹੈ। ਇਹਨਾਂ ਨੇ ਕਿਹਾ ਜੀ ਉਹ ਵੀ ਕਰ ਦਿੰਦੇ ਆ। ਫਿਰ ਇਹਨਾਂ 3 ਬਿੱਲਾਂ ਤੋਂ ਬਾਅਦ ਜਿਹੜੀ ਮੰਗਾਂ ਸੀਗੀਆਂ ਉਹ ਸੀਗੀ ਵੀ ਜਿਹੜਾ ਇਨਵਾਇਰਨਮੈਂਟ ਬਿੱਲ ਹੈ, ਜਿਹੜਾ ਸੁਪਰੀਮ ਕੋਰਟ ਦੇ ਆਰਡਰ ਦੇ ਉੱਪਰ ਆਰਡੀਨੈਂਸ ਲਿਆਇਆ ਗਿਆ, ਸੁਪਰੀਮ ਕੋਰਟ ਦੇ ਆਰਡਰ ਉੱਪਰ ਜਿਹੜਾ ਬਿੱਲ ਲਿਆਇਆ ਗਿਆ, ਉਹਨਾਂ ਦੇ ਕਹਿਣਾ ਸੀਗਾ ਵੀ ਉਹਨੂੰ ਜਿਹੜਾ ਹੈਗਾ ਉਹਦੇ ਅੰਦਰ ਕਿਸਾਨਾਂ ਨੂੰ ਜਿਹੜਾ 1 ਕਰੋੜ ਦੇ ਜੁਰਮਾਨੇ ਦੇ ਪ੍ਰੋਵੀਜ਼ਨ ਹੈ ਉਹਨੂੰ ਹਟਾਇਆ ਜਾਏ। ਉਹ ਕਹਿੰਦੇ ਸੀ ਹਟਾ ਦਿੰਦੇ ਆ। ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਹੈ ਪੰਜਾਬ ਜਿਹੜਾ ਬਿਜਲੀ ਬਿੱਲ ਹੈ ਇੱਕ ਆ ਰਿਹਾ ਹੈ, ਬਿਜਲੀ ਬਿੱਲ ਜਿਹੜਾ ਹੈ ਉਸ 'ਚ ਬਿਜਲੀ ਫ੍ਰੀ ਬਿਜਲੀ ਕਰਨ ਦਾ ਇੱਕ ਪ੍ਰੋਸੀਜਰ ਸੈੱਟ ਕੀਤਾ ਹੈ। ਤੇ ਉਹਨਾਂ ਨੇ ਕਿਹਾ ਜੀ ਉਹ 'ਚ ਵੀ ਕਿਸਾਨਾਂ ਨੂੰ ਛੂਟ ਦਿੱਤੀ। ਉਹਨੂੰ ਕਿਹਾ ਅਸੀਂ ਦੇ ਦਿੰਦੇ ਹਾਂ। ਐਮਐਸਪੀ ਲਿਖਤੀ ਰੂਪ 'ਚ ਦੇ ਦਿੰਦੇ ਹਾਂ। ਸੋ ਗੱਲਾਂ ਤਾਂ ਸਾਰੀਆਂ ਮੰਨੀਆਂ ਗਈਆਂ, ਜਿਹੜੀਆਂ ਪਹਿਲੇ ਗੇੜ 'ਚ ਮੰਨੀ ਗਈਆਂ ਉਹ ਅੱਜ ਵੀ ਮੰਨੀ ਗਈਆਂ। ਹੁਣ ਮੇਰਾ ਇਹ ਕਹਿਣਾ ਕਿ ਜਿਹੜੀ 5 ਮੰਗਾਂ ਨੇ, ਉਹਨਾਂ 5 ਮੰਗਾਂ 3 ਤਾਂ 2 ਬਿੱਲਾਂ ਦੀ ਹੈ, ਉਹਦਾ 3 ਬਿੱਲਾਂ ਨਾਲ ਕੋਈ ਸੰਬੰਧ ਨਹੀਂ ਹੈ। ਜਿਹੜੇ 3 ਬਿੱਲ ਵੀ ਹੈ, 3 ਬਿੱਲਾਂ ਦੇ ਅੰਦਰ ਇੱਕ ਚੀਜ਼ ਐਡ ਆਨ ਹੋਈ ਹੈ, ਸਿਰਫ ਇੱਕ ਚੀਜ਼ ਐਡ ਆਨ ਹੋਈ, ਮਾਈਨਸ ਕੁਝ ਨਹੀਂ ਹੋਇਆ। ਤੁਹਾਨੂੰ ਕੋਰਟ 'ਚ ਸਿਵਲ ਕੋਰਟ ਜਾਣ ਦੀ ਪਰਮਿਸ਼ਨ ਦਿੱਤੀ। ਜਿਹੜੇ ਤੁਸੀਂ ਬਾਹਰ ਆਪਣਾ ਜਿਹੜਾ ਸਮਾਨ ਵੇਚਣਾ ਹੈ, ਫਸਲ ਵੇਚਣੀ ਹੈ ਜਾਂ ਸਬਜ਼ੀਆਂ ਵੇਚਣੀਆਂ ਜਾਂ ਫਰੂਟ ਵੇਚਣਾ ਹੈ, ਉਸ 'ਚ ਜਿਹੜਾ ਪ੍ਰਾਈਵੇਟ ਪਲੇਅਰ ਕਹਿ ਲਓ ਜਾਂ ਪ੍ਰਾਈਵੇਟ ਇੰਡੀਵਿਜੂਅਲ ਕਹਿ ਲਓ, ਉਹ ਜਿਹੜਾ ਹੈਗਾ ਉਹਦੀ ਰਜਿਸਟ੍ਰੇਸ਼ਨ ਸਟੇਟ ਗਵਰਨਮੈਂਟ 'ਚ ਹੋ ਰਿਹਾ, ਸਟੇਟ ਗਵਰਨਮੈਂਟ ਟੈਕਸ ਲਗਾ ਸਕੇ। ਸੋ ਉਸ ਹੋਏ ਗੱਲ ਤਾਂ ਉੱਥੇ ਹੀ ਖੜੀ। ਹੁਣ ਅੜੀ ਕਿਸ ਗੱਲ ਦੀ ਹੈ ਕਿ 3 ਬਿੱਲ ਵਾਪਸ ਕਰ ਲਓ। ਇਹ ਜਿਹੜਾ ਅਡਾਨੀ ਅੰਬਾਨੀ ਵਾਲਾ ਨਾਰਾ ਨਾ ਜੀ, ਇਹ ਸ਼ਰੇਆਮ ਬਕਵਾਸ ਹੈ, ਝੂਠ ਹੈ ਨਾ। ਅੱਛਾ ਚਲੋ, ਮੈਂ ਅਡਾਨੀ, ਮੇਰੇ ਦੋਸਤ ਵੀਰ ਜਿਹੜੇ ਸੁਣ ਰਹੇ ਨੇ ਉਹ ਗੂਗਲ ਸਰਚ ਕਰਨ, ਅਡਾਨੀ ਅੰਬਾਨੀ ਕਦ ਇਹਨਾਂ ਨੇ ਬਿਜ਼ਨਸ ਸ਼ੁਰੂ ਕੀਤੇ ਸੀਗੇ। ਅਡਾਨੀ ਅੰਬਾਨੀ ਨੇ ਬਿਜ਼ਨਸ ਤਾਂ ਕਾਂਗਰਸ ਦੇ ਕਾਲ 'ਚ ਸ਼ੁਰੂ ਕੀਤੇ ਸੀਗੇ, ਕੋਈ ਸਾਡੇ ਕਾਲ ਥੋੜ੍ਹੇ ਸ਼ੁਰੂ ਕੀਤੇ ਹੈ। ਔਰ ਕੱਲਾ ਦੇਸ਼ ਕੋਈ ਅਡਾਨੀ ਅੰਬਾਨੀ ਨਾਲ ਚੱਲਦਾ ਹੈ, ਦੇਸ਼ ਤਾਂ ਬਹੁਤ ਸਾਰੇ ਹੋਰ ਇੰਡਸਟਰੀਜ਼ ਵੀ ਹੈ। ਸਾਡਾ ਪੰਜਾਬ ਦੇ ਮਿੱਤਲ ਹੈ ਜਿਹਨੇ ਏਅਰਟੈਲ ਕੰਪਨੀ ਸ਼ੁਰੂ ਕੀਤੀ ਸੀਗੀ, ਅੱਜ ਕਿੰਨੀ ਵੱਡੀ ਉਹਨੇ ਏਅਰਟੈਲ ਕੰਪਨੀ ਬਣਾ ਲਈ। ਤਾਂ ਇਸ ਕਰਕੇ ਸਾਰਿਆਂ ਦਾ ਕੰਟਰੀਬਿਊਸ਼ਨ ਹੈ। ਇਹ ਜਿਹੜਾ ਬਿਜ਼ਨਸ ਹੈ ਇਹਦਾ ਵੀ ਕੰਟਰੀਬਿਊਸ਼ਨ ਹੈ। ਅਡਾਨੀ ਅੰਬਾਨੀ ਦੇ ਨਾਰਾ ਨਾ ਲਗਾਓ। ਹੁਣ ਚਲੋ, ਮੈਂ ਇੱਕ ਬੜਾ ਸਾਫ਼ ਔਰ ਸਪਸ਼ਟ ਕੁਐਸਚਨ ਪੁੱਛਦਾ ਹੁੰਦਾ। ਅਸੀਂ ਤੁਸੀਂ ਬੈਠੇ ਹਾਂ, ਇਹ ਮਾਈਕ ਤੋਂ ਮੈਂ ਗੱਲ ਕਰ ਰਿਹਾ ਨਾ, ਇਹ ਖੇਤ ਚੁੱਕਿਆ, ਉਹ ਜਿਹੜਾ ਸਾਹਮਣੇ ਕੈਮਰਾ ਉਹ ਖੇਤ ਚੁੱਕਿਆ, ਜਾਂ ਤੁਸੀਂ ਵੀ ਲੈਪਰ ਲਾਇਆ ਖੇਤ ਚੁੱਕਿਆ, ਜਾਂ ਕਿਸਾਨ ਜਿਹੜੇ ਕੱਪੜੇ ਪਾਉਂਦੇ ਉਹ ਖੇਤ ਚੁੱਕੇ ਨੇ, ਜਾਂ ਜਿਹੜੇ ਟਰੈਕਟਰ 'ਚ ਗਏ ਉਹ ਖੇਤ ਚੁੱਕਿਆ, ਜਾਂ ਜਿਹੜੇ ਤਰਪਾਲ ਲਈ ਖੇਤ ਚੁੱਕੀ ਹੈ, ਜਾਂ ਜਿਹੜੀ ਰੋਟੀ ਮੇਕਿੰਗ ਮਸ਼ੀਨਾਂ ਇੱਕ ਪਾਸੇ ਆਟਾ ਪਾਓ ਦੂਜੇ ਪਾਸੇ ਰੋਟੀ ਨਿਕਲਦੀ ਹੈ, ਕਿਆ ਖੇਤ ਚੁੱਕੀ ਹੈ? ਨਹੀਂ। ਭਾਵ ਮੇਰਾ ਹੈ ਜਿਵੇਂ ਸਾਡਾ ਸਰੀਰ ਹੈ, ਅੱਖ ਕੰਨ ਨੱਕ ਸਾਰੇ ਸਰੀਰ ਦਾ ਇੰਪੋਰਟੈਂਟ ਅੰਗ ਹੁੰਦਾ ਹੈ। ਹੁਣ ਤੁਸੀਂ ਕਹੋ ਜੀ ਵਿਨੀਤ ਤੇਰੀ ਅੱਖਾਂ ਕੱਢ ਲੈਣੇ ਤੂੰ ਚੱਲ, ਮੈਂ ਅੱਖਾਂ ਬਿਨਾਂ ਚੱਲ ਨਹੀਂ ਸਕਦਾ। ਉਹ ਕਹਿੰਦਾ ਤੇਰਾ ਮੂੰਹ ਕੱਢ ਲੈਣੇ ਆ ਤੇ ਮੂੰਹ ਵੀ ਨਹੀਂ ਚੱਲ ਸਕਦਾ। ਜਿਵੇਂ ਸਰੀਰ ਦਾ ਹਰ ਅੰਗ, ਹਾਰਟ ਵੀ, ਵੇਨਸ ਵੀ ਜਿਹੜੀਆਂ ਦਿਖਦੀਆਂ ਨਹੀਂ ਹੈ ਉਹ ਵੀ ਜ਼ਰੂਰੀ ਹੈ, ਉਸ ਤਰ੍ਹਾਂ ਹੀ ਜੇ ਸਮਾਜ ਚੱਲਣਾ ਹੈ ਜਿੱਥੇ ਕਿਸਾਨ ਬਹੁਤ ਜ਼ਰੂਰੀ ਹੈ, ਜਿਹੜਾ ਅੰਨ ਉਹ ਪ੍ਰੋਡਿਊਸ ਕਰਦੇ ਨੇ। ਦੂਜੇ ਪਾਸੇ ਜਿਹੜੀਆਂ ਕੰਪਨੀਆਂ ਕਣਕ ਨੂੰ ਪੀਸ ਕੇ ਆਟਾ ਬਣਾ ਕੇ ਕਰਦੀਆਂ ਨੇ, ਫਿਰ ਜਿਹੜੀ ਕੰਪਨੀਆਂ ਖਰੀਦ ਕੇ ਮਾਰਕੀਟ ਕਰਕੇ ਅੱਗੇ ਕੰਜ਼ਿਊਮਰ ਤੱਕ ਪਹੁੰਚਾਉਂਦੀਆਂ ਨੇ, ਜਾਂ ਫਿਰ ਜਿਹੜੇ ਫਰੂਟਸ ਖਰੀਦ ਕੇ ਫਰੂਟਸ ਸਾਨੂੰ ਅਲੱਗ-ਅਲੱਗ ਸ਼ੇਪ 'ਚ ਸਾਡੇ ਕੋਲ ਪਹੁੰਚਾਉਂਦੇ ਨੇ, ਇਹ ਸਾਰਿਆਂ ਦੀ ਜ਼ਰੂਰਤ ਹੈ। ਹੁਣ ਕਿਸਾਨੀ ਵਾਸਤੇ ਟਰੈਕਟਰ ਦੀ ਵੀ ਜ਼ਰੂਰਤ ਹੈ, ਕਿਸਾਨੀ ਵਾਸਤੇ ਟਰੈਕਟਰ ਵਾਸਤੇ ਜਿਹੜਾ ਪਲੋ ਪਿੱਛੇ ਚੱਲਦਾ ਹੈ ਪੰਜਾ, ਉਹਦੀ ਵੀ ਜ਼ਰੂਰਤ ਹੈ। ਕਿਸਾਨੀ ਵਾਸਤੇ ਜਿਸ ਮੋਟਰ ਚੱਲਦੀ ਹੈ ਪਾਣੀ ਵਾਸਤੇ, ਮੋਟਰ ਵੀ ਜ਼ਰੂਰਤ ਹੈ। ਉਹ ਪਾਈਪ ਜਿੱਥੋਂ ਪਾਣੀ ਨਿਕਲ ਕੇ ਆਉਂਦਾ ਉਹ ਵੀ ਜ਼ਰੂਰਤ ਹੈ। ਸੋ ਕਿਸਾਨੀ ਵਾਸਤੇ ਚੀਜ਼ ਜ਼ਰੂਰਤ ਹੈ ਤੇ ਇੰਡਸਟਰੀ ਬਣਾਉਂਦੀ ਹੈ। ਸੋ ਇਸ ਦੇਸ਼ ਨੂੰ ਚਲਾਉਣ ਵਾਸਤੇ ਸਾਰੀ ਚੀਜ਼ਾਂ ਦੀ ਜ਼ਰੂਰਤ ਹੈ। ਕੋਈ ਇਹ ਨਹੀਂ ਹੈ ਇਹ ਅਡਾਨੀ ਬਾਨੀ ਦਾ ਨਾਰਾ ਜਿਹੜਾ ਹੈ ਇਹ ਸਿਰਫ ਨਾਰਾ ਹੈ, ਔਰ ਜਿਹੜੇ ਲੋਕ ਇਹ ਨਾਰਾ ਲਗਾ ਰਹੇ ਨੇ ਉਹ ਕਾਮਰੇਡ ਔਰ ਨੈਕਸਲਾਈਟ ਨੇ ਔਰ ਕਿਸਾਨ ਜਥੇਬੰਦੀਆਂ ਨੂੰ ਇਹਨਾਂ ਤੋਂ ਜਾਂਦਾ ਜਦੋਂ ਉਹਨਾਂ ਦੇ ਗੋਲੀਆਂ ਵੱਜਦੀਆਂ ਨੇ ਸੀਨੇ ਦੇ ਵਿੱਚ, ਤੇ ਜਦੋਂ ਆਪਣੇ ਹੱਕਾਂ ਦੇ ਲਈ ਉਹ ਸਰਹੱਦਾਂ ਤੇ ਲੜ ਰਹੇ ਨੇ ਤਾਂ ਉਹਨਾਂ ਨੂੰ ਅੱਤਵਾਦੀ ਤੇ ਨਕਸਲਵਾਦੀ ਕਿਹਾ ਜਾ ਰਿਹਾ। ਦੇਖੋ ਇਹ ਵੀ ਨਾ ਡੈਫੀਨੇਸ਼ਨ ਅਜੀਬ ਹੈ। ਜੋ ਸ਼੍ਰੀ ਰਾਜਨਾਥ ਸਿੰਘ ਜੀ ਜਿਹੜੇ ਸਾਡੇ ਬੜੇ ਸੀਨੀਅਰ ਲੀਡਰ ਨੇ, ਟੌਪ ਦੇ 2-3 ਲੀਡਰਸ ਜਾਂ
ਕੈਬਨਿਟ 'ਚ ਨੰਬਰ 2 ਨੇ, ਉਹਨਾਂ ਨੇ ਜੋ ਗੱਲ ਕਹੀ ਉਹ ਭਾਰਤੀ ਜਨਤਾ ਪਾਰਟੀ ਦਾ ਮਤ ਹੈ। ਭਾਰਤੀ ਜਨਤਾ ਪਾਰਟੀ ਸੋ ਕਦੀ ਮੁਨਕਰ ਹੀ ਨਹੀਂ ਹੋਈ, ਭਾਰਤੀ ਜਨਤਾ ਪਾਰਟੀ ਹਟਦੀ ਨਹੀਂ ਹੈ। ਹੁਣ ਤੁਸੀਂ ਇਹ ਸਮਝਾਓ, ਕਿਸਾਨੀ ਅੰਦੋਲਨ ਹੈ ਨਾ ਜੀ, MSP ਇੰਸ਼ੋਰ ਕਰਨੀ ਹੈ, ਸਰਕਾਰੀ ਖਰੀਦ ਇੰਸ਼ੋਰ ਕਰਨੀ ਹੈ, ਸਰਕਾਰੀ ਮੰਡੀ ਇੰਸ਼ੋਰ ਕਰਨੀ ਹੈ, ਇਹਨਾਂ ਖਦਸ਼ਿਆਂ ਨੂੰ ਲੈ ਕੇ ਉੱਥੇ ਬੈਠੇ ਨੇ ਧਰਨੇ ਤੇ ਉੱਥੇ ਉਹਨਾਂ ਲੋਕਾਂ ਦੀ ਫੋਟੋਆਂ ਧਰਨੇ 'ਚ ਕੀ ਕਰਦੀਆਂ ਨੇ ਜਿਨ੍ਹਾਂ ਲੋਕਾਂ ਨੂੰ ਥਾਣਿਆਂ ਨੇ ਪਰਚੇ ਦਰਜ ਕੀਤੇ ਅਲੱਗ-ਅਲੱਗ ਸੂਬਿਆਂ 'ਚ, ਕੱਲਾ ਕੋਈ ਇੱਕ ਸੂਬੇ 'ਚ ਨਹੀਂ, ਅਲੱਗ ਸੂਬਿਆਂ 'ਚ। ਔਰ ਫਿਰ ਉਹਨਾਂ ਨੇ ਲੋਅਰ ਕੋਰਟ, ਹਾਈ ਕੋਰਟ ਔਰ ਸੁਪਰੀਮ ਕੋਰਟ ਦਾ ਜ਼ਮਾਨਤ ਦੀ ਐਪਲੀਕੇਸ਼ਨ ਲਗਾਈ। ਸੁਪਰੀਮ ਕੋਰਟ ਨੇ 8-9 ਮਹੀਨੇ ਡਿਸਕਸ਼ਨ ਤੋਂ ਬਾਅਦ ਉਹਨੂੰ ਜ਼ਮਾਨਤਾਂ ਰਿਜੈਕਟ ਕਰਤੀਆਂ। ਤੁਸੀਂ ਕਹਿੰਦੇ ਉਹਨਾਂ ਨੂੰ ਰਿਹਾ ਕਰ ਦਿਓ, ਜਿਹੜੇ ਲੋਕਾਂ ਦੀ ਮੌਤ ਵਾਸਤੇ ਜ਼ਿੰਮੇਵਾਰ ਨੇ ਤੁਸੀਂ ਰਿਹਾ ਕਰ ਦਿਓ। ਤੇ ਉਹ ਨਕਸਲਵਾਦੀ ਜਦ ਪੋਸਟਰ ਆਣਗੇ ਤੇ ਪੋਸਟਰ ਤੁਹਾਡੇ ਧਰਨਿਆਂ 'ਚ ਲੈ ਕੇ ਬੈਠੇ ਆ, ਅਸੀਂ ਤਾਂ ਨਹੀਂ ਦਿੱਤੇ ਪੋਸਟਰ, ਔਰ ਉਹ ਅਖਬਾਰਾਂ ਛਪੇ, ਵੀਡੀਓ ਚੱਲੇ। ਬਾਅਦ 'ਚ BKU ਉਗਰਾਹਾਂ, BKU ਡਕੌਂਡਾ ਹੋਰ ਜਥੇਬੰਦੀਆਂ ਨੇ ਓਨ ਵੀ ਕੀਤਾ ਕਿ ਹਾਂ ਸਾਡਾ ਏਜੰਡਾ ਹੈ। ਤੇ ਫਿਰ ਜੇ ਤੁਸੀਂ ਇਹ ਏਜੰਡਾ ਹੈ ਨੈਕਸਲਾਈਟਸ ਨੂੰ, ਜਿਹੜੇ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਨਹੀਂ ਦਿੱਤੀ, ਇਸ ਦੇਸ਼ ਦੀ ਕੋਰਟ ਨੇ ਜ਼ਮਾਨਤ ਨਹੀਂ ਦਿੱਤੀ, ਤੇ ਫਿਰ ਨੈਕਸਲਾਈਟ ਤੁਸੀਂ ਆਪਣਾ ਐਵੀਡੈਂਸ ਆਪ ਕ੍ਰੀਏਟ ਕਰ ਰਹੇ ਹੋ, ਅਸੀਂ ਝੂਠ ਬੋਲ ਰਹੇ ਹਾਂ। ਸੋ ਇੱਕ ਗੱਲ ਯਾਦ ਰੱਖਣਾ, ਜਿਹੜਾ ਹੁਣ ਉੱਥੇ ਕੋਈ ਬੰਦਾ ਖਾਲਿਸਤਾਨ ਦਾ ਨਾਰਾ ਲਗਾਉਂਦਾ, ਭਿੰਡਰਾਂਵਾਲਾ ਜਿਹਨੂੰ ਅਸੀਂ ਸੰਤ ਨਹੀਂ ਮੰਨਦੇ, ਠੀਕ ਹੈ ਨਾ, ਜਿਹਨੂੰ ਅਸੀਂ ਪੰਜਾਬ ਦੇ ਕਾਲੇ ਦੌਰ ਲਈ ਜ਼ਿੰਮੇਵਾਰ ਮੰਨਦੇ ਆ, ਜੇ ਉਹਦੀ ਫੋਟੋ ਲੈ ਕੇ ਲੋਕ ਉੱਥੇ ਖੜੇ ਹੋਣਗੇ ਤੇ ਵੀਡੀਓ ਵਾਇਰਲ ਹੋਣਗੇ ਤੇ ਫਿਰ ਜਨਤਕ ਹੋਣਗੇ, ਉਹ ਅਸੀਂ ਤਾਂ ਨਹੀਂ ਕੀਤੇ। ਉਹ ਲੋਕ ਜਿਹੜੇ ਬੋਲਦੇ ਉਹਨਾਂ ਦੀ ਫੋਟੋਆਂ ਦਿਖਦੀ ਪਈਆਂ, ਉਹ ਆਪਣੇ ਮੂੰਹ ਤੋਂ ਬੋਲ ਰਹੇ ਨੇ, ਓਨ ਵੀ ਕਰ ਰਹੇ ਨੇ, ਤੇ ਫਿਰ ਉਸ ਨੂੰ ਸਮਝ ਜ਼ਿੰਮੇਵਾਰ ਕਿਉਂ ਠਹਿਰਾ ਰਹੇ ਹੋ? ਇਹ ਤਾਂ ਲੋਕਾਂ ਜਨਤਕ ਘੁੰਮ ਰਿਹਾ ਨਾ ਲੋਕਾਂ 'ਚ। ਇਹ ਗੱਲ 100% ਠੀਕ ਹੈ, ਉੱਥੇ ਕਿਸਾਨ ਬੈਠਾ ਹੈ, ਕਿਸਾਨ ਅੰਦੋਲਨ ਹੈ ਔਰ ਕਿਸਾਨ ਹੀ ਉੱਥੇ ਬੈਠਾ ਹੈ। ਲੇਕਿਨ ਕਿਸਾਨਾਂ ਦੇ ਅੰਦਰ ਜੇ BKU ਉਗਰਾਹਾਂ, ਡਕੌਂਡਾ, ਇਹੋ ਜਿਹੀ ਜਥੇਬੰਦੀਆਂ ਜਿਹੜੀ ਨੈਕਸਲੇਟ ਬੈਕਗਰਾਉਂਡ ਦੀ ਹੈਗੀਆਂ, ਕਮਿਊਨਿਸਟ ਬੈਕਗਰਾਉਂਡ ਦੀ ਹੈ, ਜੇ ਉਹਨਾਂ ਲੋਕਾਂ ਦੀ ਫੋਟੋਆਂ ਲੈ ਕੇ ਖੜੇ ਹੋਣਗੇ ਜਿਨ੍ਹਾਂ ਦਾ ਕਿਸਾਨੀ ਨਾਲ ਕੋਈ ਵਾਹ ਵਾਸਤਾ ਨਹੀਂ ਹੈ, ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਜਿਨ੍ਹਾਂ ਦੀ ਜ਼ਮਾਨਤ ਰਿਜੈਕਟ ਕਰਤੀ ਵੀ ਉਹਨਾਂ ਨੂੰ ਰਿਹਾ ਕਰੋ, ਤੇ ਕੁਐਸਚਨ ਤਾਂ ਫਿਰ ਨੈਕਸਲੇਟਸ ਉੱਠਣਗੇ। ਤੇ ਜੇ ਉੱਥੇ ਖਾਲਿਸਤਾਨ ਦੇ ਨਾਰੇ ਲੱਗਣਗੇ ਜਾਂ ਵੀਡੀਓ ਵਾਇਰਲ ਹੋਣਗੇ, ਵੀਡੀਓ ਸਾਡੇ ਨਹੀਂ ਹੈ, ਨਾ ਸਾਡੇ ਵਰਕਰ ਨੇ ਬਣਾਏ, ਨਾ ਅਸੀਂ ਚਿਹਰੇ ਜਿਹੜੇ ਬੋਲ ਰਹੇ ਨੇ ਉਹ ਓਨ ਵੀ ਕਰ ਰਹੇ ਨੇ, ਜੇ ਉਹ ਨਾਰੇ ਲੱਗਣਗੇ ਫਿਰ ਲੋਕ ਖਾਲਿਸਤਾਨ ਦਾ ਇਸ ਨੂੰ ਸਿਰਫ ਅਸੀਂ ਤਾਂ ਕਿਤੇ ਕਹਿ ਨਹੀਂ ਸਾਬਿਤ, ਅਸੀਂ ਕਰਨਾ ਹੀ ਨਹੀਂ। ਅਸੀਂ ਕੀ ਸਾਬਿਤ ਕਰਨਾ ਹੈ? ਜਿਹੜਾ BKU ਉਗਰਾਹਾਂ ਦੇ ਧਨ ਟਿਕਰੀ ਬਾਰਡਰ ਤੇ ਫੋਟੋਆਂ ਲੈ ਕੇ ਬੈਠੇ ਸੀ, ਸਾਰੀ ਅਖਬਾਰਾਂ ਛਪੀਆਂ, ਚੱਲੇ ਨੇ। ਫਿਰ ਅਗਲੇ ਦਿਨ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਹਾਂਜੀ ਅਸੀਂ ਸਾਡੀ ਮੰਗ ਹੈਗੀ ਹੈ, ਤੇ ਉਸੇ ਅਸੀਂ ਕੀ ਸਾਬਿਤ ਕਰਨਾ? ਸਾਬਿਤ ਉਹ ਆਪ ਕਰੀ ਜਾਂਦੇ ਨੇ। ਹੁਣ ਜਿਹੜੇ ਇਸ ਪੈਂਜੀ ਇਨਸਾਨੀਅਤ ਕੀ ਹੁੰਦੀ ਹੈ? ਇਨਸਾਨੀਅਤ ਇੱਕ ਸੈਕਿੰਡ ਨਹੀਂ, ਪਾਰਟੀਬਾਜ਼ੀ ਦੀ ਗੱਲ ਹੀ ਕੋਈ ਨਹੀਂ ਹੈ। ਮੈਂ ਦੁਬਾਰਾ ਮੇਰਾ ਕਿਸਾਨ ਜਥੇਬੰਦੀ ਨੂੰ ਪ੍ਰਸ਼ਨ ਹੈ ਕਿ ਜੇ ਤੁਹਾਡੇ ਧਰਨੇ ਦੇ ਅੰਦਰ ਉਗਰਾਹਾਂ ਕਹਿੰਦਾ ਹੈ ਕਿ ਇਹ ਜਿਹੜੇ ਲੋਕਾਂ ਨੂੰ ਜਿਹਨਾਂ ਨੂੰ ਸੁਪਰੀਮ ਕੋਰਟ ਨੇ, ਦੇਸ਼ ਦੇ ਸੁਪਰੀਮ ਕੋਰਟ ਨੇ ਜ਼ਮਾਨਤ ਨਹੀਂ ਦਿੱਤੀ, ਉਹਨਾਂ ਲੋਕਾਂ ਨੂੰ ਰਿਹਾ ਕਰੋ, ਇਹ ਸਾਡਾ ਏਜੰਡਾ ਹੈ, ਤੇ ਫਿਰ ਉਹ ਨੈਕਸਲਾਈਟ ਹੀ ਹੈ। ਤੇ ਜੇ ਲੋਕ ਬੋਲਦੇ ਆ ਫਿਰ ਬੁਰਾ ਕਿਉਂ ਮੰਨਦੇ ਹੋ? ਤੁਸੀਂ ਡਿਸੋਨ ਕਰੋ। ਫਿਰ ਜੇ ਉੱਥੇ ਖਾਲਿਸਤਾਨ ਦੇ ਨਾਰੇ ਲੱਗਦੇ ਨੇ ਜਾਂ ਭਿੰਡਰਾਂਵਾਲਾ ਜਿਹਨੂੰ ਅਸੀਂ ਸੰਤ ਨਹੀਂ ਮੰਨਦੇ, ਉਹਦੀ ਫੋਟੋਆਂ ਉੱਥੇ ਲੈ ਕੇ ਲੋਕ ਘੁੰਮਦੇ ਨੇ, ਤੇ ਜੇ ਤੁਸੀਂ ਉਹਨੂੰ ਡਿਸੋਨ ਨਹੀਂ ਕਰਦੇ ਹੋ ਤੇ ਫਿਰ ਸਾਡੇ ਤੇ ਖਦਸ਼ੇ ਨੂੰ ਚੱਕਦੇ ਹੋ। ਉਹ ਤਾਂ ਸੋਸ਼ਲ ਮੀਡੀਆ ਚੱਲ ਰਿਹਾ ਨਾ, BJP ਦੇ ਕਿਹੜੇ ਲੀਡਰ ਨੇ ਬਿਆਨ ਦਿੱਤਾ ਤੁਸੀਂ ਉਹ ਦੱਸੋ? ਸਾਡੇ ਨੈਸ਼ਨਲ ਸਪੋਕਸਮੈਨ ਨੇ ਬਿਆਨ ਦਿੱਤਾ, ਸਾਡੇ ਨੈਸ਼ਨਲ ਜਨਰਲ ਸੈਕਟਰੀ ਨੇ ਬਿਆਨ ਦਿੱਤਾ, ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਬਿਆਨ ਦਿੱਤਾ, ਕਦੀ ਕਿਹਾ ਖਾਲਿਸਤਾਨ? ਕਦੀ ਨਹੀਂ ਕਿਹਾ। ਲੇਕਿਨ ਵੀਡੀਓ ਜਨਤਾ ਕਹਿੰਦੇ ਲੋਕਾਂ 'ਚ ਘੁੰਮਦੇ ਨੇ, ਲੋਕ ਕਹਿੰਦੇ ਤੁਸੀਂ ਡਿਸੋਨ ਕਰੋ, ਤੁਸੀਂ ਬੋਲੋ, ਸ਼ਰੇਆਮ ਬੋਲੋ ਕਿ ਇਹ ਇਥੋਂ ਭਿੰਡਰਾਂਵਾਲਾ ਦਾ ਪੋਸਟਰ ਹਟਾਓ, ਇੱਥੇ ਖਾਲਿਸਤਾਨ ਦਾ ਜਿਹੜਾ ਲੱਗੇ ਆ ਬੈਨਰ ਉਹ ਹਟਾਓ। ਕਿਉਂ ਨਹੀਂ ਬੋਲਦੇ? ਇਹ ਕਿਸਾਨ ਜਥੇਬੰਦੀਆਂ, ਇਹਨਾਂ ਦਾ ਦੋਹਰਾਪਨ ਹੈ। ਸੋ ਸਾਡੇ ਦੇ ਇਲਜ਼ਾਮ ਨਾਲ ਲੱਗੋ ਆਪਣੀ ਮੰਜੀ ਥੱਲੇ ਸੋਟਾ ਮਾਰਨ। ਅਸੀਂ ਕਿਤੇ ਨਹੀਂ ਬੋਲਿਆ, BJP ਨੇ ਕਦੇ ਨਹੀਂ ਬੋਲਿਆ। ਖੇਤੀ ਕਾਨੂੰਨਾਂ ਦੇ ਲਗਾਤਾਰ ਭਾਜਪਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਕਿਸਾਨਾਂ ਤੇ ਇਹ ਲਾਹੇਵੰਦ ਨੇ। ਹਾਲਾਂਕਿ ਕੁਝ ਨਾ ਕੁਝ ਜਿਹੜੇ ਤੁਸੀਂ ਵੀ ਗੱਲ ਕਰ ਰਹੇ ਹੋ ਕਿ ਜਿਹੜੇ ਚੇਂਜਸ ਨੇ ਬਿੱਲਾਂ ਦੇ ਵਿੱਚ ਕੀਤੇ ਜਾ ਰਹੇ ਨੇ, ਚੇਂਜਸ ਨਹੀਂ, ਐਡ ਆਨ। ਦੋ ਗੱਲਾਂ ਸਿਰਫ ਇਹਨਾਂ ਦੀ ਇੰਨਾ ਸਾਰਾ ਬਵੰਡਰ ਬਣਾਇਆ ਹੈ। ਜਿਹੜੀਆਂ ਮੰਗਾਂ ਨੇ, ਬਿਜਲੀ ਬਿੱਲ ਦਾ 3 ਬਿੱਲਾਂ ਨਾਲ ਕੋਈ ਸੰਬੰਧ ਨਹੀਂ ਹੈ, ਇਨਵਾਇਰਨਮੈਂਟ ਬਿੱਲ ਦਾ 3 ਬਿੱਲਾਂ ਨਾਲ ਕੋਈ ਸੰਬੰਧ ਨਹੀਂ ਹੈ, MSP ਦਾ 3 ਬਿੱਲਾਂ ਨਾਲ ਕੋਈ ਸੰਬੰਧ ਨਹੀਂ ਹੈ। ਦੋ ਚੀਜ਼ਾਂ ਐਡ ਆਨ ਹੋ ਰਹੀਆਂ, ਸਿਰਫ ਦੋ ਚੀਜ਼ਾਂ, ਮਾਈਨਸ ਕੁਝ ਨਹੀਂ ਹੋ ਰਿਹਾ, ਦੋ ਚੀਜ਼ਾਂ ਸਿਰਫ ਐਡ ਆਨ ਹੋ ਰਹੀਆਂ। ਸੋ ਉਸ 'ਚ ਮਾੜਾ ਵੀ ਕੀ ਹੈ? ਬਹੁਤ ਸਾਰੇ ਭਾਜਪਾ ਦੇ ਲੀਡਰ ਵੀ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਅਸਤੀਫਾ ਦੇ ਰਹੇ ਨੇ, ਉਹਨਾਂ ਨੂੰ ਭਾਜਪਾ ਸਮਝਾਉਣ ਦੇ ਵਿੱਚ ਕਿਉਂ ਨਾਕਾਮਯਾਬ ਹੁੰਦੀ ਹੈ? ਦੇਖੋ, ਇੱਕ ਇਹ ਸਾਡੇ ਮਤਲਬ ਮੇਰੀ ਆਪਣੀ ਹੋਸ਼ ਦਾ ਸਭ ਤੋਂ ਵੱਡਾ ਐਜੀਟੇਸ਼ਨ ਅੰਦੋਲਨ ਹੈ। ਇੱਕ ਐਜੀਟੇਸ਼ਨ ਸੀ ਜਿਹੜੀ ਮੂਵਮੈਂਟ ਬਣ ਚੁੱਕੀ ਹੈ। ਇੱਕ ਲੋਕਾਂ ਨੇ ਝੂਠ ਨੂੰ ਸੱਚ ਬਣਾ ਕੇ ਖੜਾ ਕਰਤਾ, ਜੇ ਲੱਖਾਂ ਲੋਕ ਖੜਦੇ, ਉਸ 'ਚ ਕਈ ਲੋਕ ਉੱਡ ਰਹੇ ਨੇ। ਸਾਡੇ ਕੈਡਰ ਕੋਈ ਸਮਾਜ ਤੋਂ ਬਾਹਰ ਹੈ, ਸਾਡੇ ਪਿੰਡਾਂ 'ਚ ਰਹਿੰਦੇ ਨੇ, ਅਗਲੇ ਨੂੰ ਲੱਗਦਾ ਤਾਂ ਜਾ ਰਹੇ ਨੇ, ਕੋਈ ਗੱਲ ਨਹੀਂ। ਪਰ ਅਸੀਂ ਆਪਣੀ ਗੱਲ ਤੇ ਅੱਜ ਵੀ ਖੜੇ ਹਾਂ। ਅਸੀਂ 3 ਬਿੱਲਾਂ ਦੇ ਅੰਦਰ ਚੇਂਜ ਕਰਾਂਗੇ, 3 ਬਿੱਲ ਵਿਡਰਾ ਕਰਨਗੇ, ਪ੍ਰੋਵਾਈਡਡ ਸਾਨੂੰ ਕਿਸਾਨ ਯੂਨੀਅਨ ਨੇ ਸਮਝਾ ਦੇਣ ਕਿ 3 ਬਿੱਲਾਂ ਕਰਕੇ MSP ਬੰਦ ਹੁੰਦੀ ਹੈ, ਸਰਕਾਰੀ ਖਰੀਦ ਬੰਦ ਹੁੰਦੀ, ਸਰਕਾਰੀ ਮੰਡੀ ਬੰਦ ਹੁੰਦੀ ਹੈ। ਤੁਸੀਂ ਵਾਰ-ਵਾਰ ਇਹ ਕਹਿ ਰਹੇ ਹੋ ਕਿ ਝੂਠ ਨੂੰ ਜਿਹੜਾ ਸੱਚ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਪਰ ਅਖਬਾਰਾਂ ਦੇ ਵਿੱਚ ਖਬਰਾਂ ਲੱਗਦੀਆਂ ਨੇ, ਖਬਰਾਂ ਨਸ਼ਰ ਹੁੰਦੀਆਂ ਨੇ ਕਿ ਮੱਧ ਪ੍ਰਦੇਸ਼, ਤੁਹਾਡੇ ਜਿਹੜੇ ਖੇਤੀਬਾੜੀ ਮੰਤਰੀ ਨੇ ਮੱਧ ਪ੍ਰਦੇਸ਼ ਦੇ, ਉਹਨਾਂ ਦਾ ਪਿੰਡ, ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਹਨਾਂ ਦਾ ਪਿੰਡ, ਉੱਥੇ ਕਿਸਾਨ ਦੇ ਨਾਲ 2 ਕਰੋੜ ਦੀ ਜਿਹੜੀ ਠੱਗੀ ਹੈ ਉਹ ਕੀਤੀ ਜਾਂਦੀ ਹੈ ਇਸ ਖੇਤੀ ਕਾਨੂੰਨਾਂ ਨੂੰ ਆਧਾਰ ਬਣਾ ਕੇ। ਇਸ ਤਰ੍ਹਾਂ ਦੇਖੋ, ਗੱਲ ਇਹ ਹੈ ਕਿ ਇਹ ਖੇਤੀ ਕਾਨੂੰਨ ਕੀ ਹੈ। ਹੁਣ ਜੇ ਤੁਸੀਂ ਕੁਐਸਚਨ ਪੁੱਛ ਲਓ ਨਾ 5 ਮਿੰਟ ਬੋਲਣ ਦਿਓ। ਇਸ ਕੰਟਰੈਕਟ ਫਾਰਮਿੰਗ ਜਿਹੜੀ ਹੈ, ਕੰਟਰੈਕਟ ਫਾਰਮਿੰਗ ਪੰਜਾਬ 'ਚ ਪਹਿਲੇ ਦੀ ਚੱਲਦੀ ਆ ਰਹੀ ਹੈ, ਇਸ ਕਾਨੂੰਨ ਤੋਂ ਪਹਿਲੇ ਵੀ ਚੱਲਦੀ ਆ ਰਹੀ ਹੈ। ਔਰ ਜਿਹੜੇ ਕਾਨੂੰਨ ਅਸੀਂ ਬਣਾਏ ਨੇ 3 ਬਿੱਲ,
ਐਕਟ ਬਣਾਏ ਨੇ, ਇਹ ਆਲਰੇਡੀ ਪੰਜਾਬ ਵਿਧਾਨ ਸਭਾ ਬਣਾ ਵੀ ਚੁੱਕੀ ਹੋਈ ਹੈ, ਕੈਪਟਨ ਅਮਰਿੰਦਰ ਬਣਾ ਚੁੱਕਿਆ, ਪਤਾ ਨਹੀਂ ਦੋਗਲਾਪਣ ਕਿਉਂ ਕਰਦਾ ਹੈ। ਹੁਣ ਇਹ ਕੰਟਰੈਕਟ ਫਾਰਮਿੰਗ ਪੰਜਾਬ ਦੇ ਅੰਦਰ 에ਅਰਟੈਲ ਦੀ ਇੱਕ ਫੀਲਡ ਫਰੈਸ਼ ਕਰਕੇ ਕੰਪਨੀ ਹੈ, 에ਅਰਟੈਲ ਵਾਲਿਆਂ ਦੀ, ਭਾਰਤੀ ਮਿੱਤਲ ਦੀ, ਉਹ ਲੁਧਿਆਣੇ ਦੇ ਕੋਲ ਕਈ ਸਾਲਾਂ ਤੋਂ ਕੰਟਰੈਕਟ ਫਾਰਮਿੰਗ ਕਰ ਰਹੀ ਹੈ। ਢਿੱਲੋਂ ਸ਼ਾਇਦ ਇੱਕ ਐਮਐਲਏ ਰਿਹਾ ਹੋਇਆ ਹੈ ਇਹਨਾਂ ਦਾ ਕਾਂਗਰਸ ਦਾ, ਹਾਂ ਉਹਨਾਂ ਦਾ ਪੈਪਸੀਕੋ ਕਰਕੇ ਜਿਹੜੀ ਉਹਦੀ ਫਰੈਂਚਾਈਜ਼ੀ ਹੈ ਜੋ ਵੀ ਹੈ ਉਹਦੀ ਵੀ ਕੰਟਰੈਕਟ ਫਾਰਮਿੰਗ ਪੰਜਾਬ 'ਚ ਚੱਲਦੀ ਪਈ ਹੈ। ਤਾਂ ਕੰਟਰੈਕਟ ਫਾਰਮਿੰਗ ਤਾਂ ਪਹਿਲੇ ਦੀ ਚੱਲਦੀ ਪਈ ਹੈ। ਹੁਣ ਹੋਇਆ ਕਿਆ, ਜਦ ਪਹਿਲੇ ਕੰਟਰੈਕਟ ਫਾਰਮਿੰਗ ਚੱਲਦੀ ਸੀ ਉਸ 'ਚ ਐਗਰੀਮੈਂਟ, ਇੱਕ ਸਾਦਾ ਐਗਰੀਮੈਂਟ ਹੁੰਦਾ ਸੀਗਾ ਸਟੈਂਪ ਪੇਪਰ ਦੇ ਸਟਾਂਪ ਦੇ ਉੱਪਰ ਆਪਸ 'ਚ, ਪਰ ਇਹਨਾਂ ਨੇ ਕੀ ਕੀਤਾ, ਇਹਨੇ ਕੰਟਰੈਕਟ ਫਾਰਮਿੰਗ 'ਚ ਕੰਟਰੈਕਟ ਕਰਨ ਦਾ ਇੱਕ ਕਾਨੂੰਨ ਹੀ ਬਣਾਤਾ। ਹੁਣ ਕਾਨੂੰਨ ਕੀ ਹੈ, ਮਸਲਨ ਤੁਸੀਂ ਕੰਪਨੀ ਹੋ ਤੇ ਮੈਂ ਕਿਸਾਨ ਹਾਂ, ਜਾਂ ਤੁਸੀਂ ਪ੍ਰਾਈਵੇਟ ਇੰਡੀਵਿਜੂਅਲ ਤੋਂ ਤੁਸੀਂ ਸੋਚਿਆ ਕਿ ਤੁਹਾਨੂੰ ਦੁਬਈ ਤੋਂ ਇੱਕ ਸ਼ਿਪ ਦਾ ਆਲੂਆਂ ਦਾ ਆਰਡਰ ਮਿਲਿਆ, ਤੁਸੀਂ ਪੰਜਾਬ 'ਚ ਆਏ, ਤੁਸੀਂ 100 ਏਕੜ ਜ਼ਮੀਨ ਪੂਲ ਅਪ ਕਰਵਾਈ, ਬੰਦਿਆਂ ਦੀ ਇਕੱਠੇ ਕਰਕੇ ਤੁਸੀਂ ਕਰੋ, ਤੁਸੀਂ ਖੇਤੀ ਕਰੋ ਆਲੂ ਦੀ, ਮੈਂ ਤੁਹਾਡਾ ਆਲੂ ਜਿਹੜਾ ਅਗਲੇ 5 ਸਾਲ ਲਗਾਤਾਰ ਖਰੀਦਾਂਗੀ, ਠੀਕ ਹੈ। ਹੁਣ ਤੁਸੀਂ ਜਦ ਉਹ ਐਗਰੀਮੈਂਟ ਕਰਨਾ ਹੈ ਤੇ ਉਹ ਐਗਰੀਮੈਂਟ ਕਰਨ ਵਾਸਤੇ ਕਾਨੂੰਨ ਬਣ ਗਿਆ। ਕਾਨੂੰਨ ਕੀ ਬਣ ਗਿਆ ਕਿ ਵੀ ਜੇ ਤੁਸੀਂ ਮੇਰੇ ਨਾਲ ਐਗਰੀਮੈਂਟ ਕਰ ਲਿਆ ਆਲੂ ਦਾ, ਤੇ ਤੁਹਾਡਾ ਹੱਕ ਮੇਰੀ ਆਲੂ ਦੀ ਫਸਲ ਤੇ ਹੈ, ਜ਼ਮੀਨ ਤੇ ਨਹੀਂ ਹੈ। ਇਸ ਕੰਟਰੈਕਟ ਫਾਰਮਿੰਗ ਦੇ ਨਏ ਕਾਨੂੰਨ ਦੇ ਤਹਿਤ ਨਾ ਤਾਂ ਜ਼ਮੀਨ ਮੌਰਟਗੇਜ ਹੋ ਸਕਦੀ, ਗਿਰਵੀ ਹੋ ਸਕਦੀ ਹੈ, ਨਾ ਜ਼ਮੀਨ ਜਿਹੜੀ ਹੈ ਲੀਜ਼ ਹੋ ਸਕਦੀ ਹੈ। ਹੁੰਦਾ ਕਿਸੇ ਬੰਦਾ ਮੌਰਟਗੇਜ ਜਾਂ ਲੀਜ਼ ਹੀ ਕਰਦੇ 50 ਸਾਲ ਦੀ, ਤੇ ਗੱਲ ਤਾਂ ਉੱਥੇ ਆ ਜਾਂਦੀ ਸੀਗੀ, ਕਿਉਂਕਿ ਇਹ ਕਾਨੂੰਨ ਕਹਿੰਦਾ ਹੈ ਕਿ ਜੇ ਇੱਕ ਪ੍ਰਾਈਵੇਟ ਪਲੇਅਰ ਔਰ ਕਿਸਾਨ ਵਿੱਚ ਕੰਟਰੈਕਟ ਹੋਏਗਾ, ਪ੍ਰਾਈਵੇਟ ਪਲੇਅਰ ਦਾ ਹੱਕ ਸਿਰਫ ਫਸਲ ਤੇ ਰਹੇਗਾ, ਹੋਰ ਕਿਸੇ ਚੀਜ਼ ਤੇ ਨਹੀਂ ਰਹੇਗਾ। ਹੁਣ ਤੁਸੀਂ ਸਪੋਜ਼ ਮੈਂ ਆਲੂ ਦੀ ਖੇਤੀ ਕਰਨ ਲੱਗਾ, 100 ਏਕੜ ਤੇ ਕਰਾ ਰਹੇ ਹੋ, 30 40 50 ਕਿਸਾਨ ਇਕੱਠੇ ਹੋ ਕੇ ਕਰਦੇ ਪਏ ਨੇ, ਠੀਕ ਹੈ। ਤੁਸੀਂ ਉਹਨਾਂ ਦੇ ਉੱਪਰ ਇਨਫਰਾਸਟ੍ਰਕਚਰ ਵੀ ਲਗਾਓਗੇ, ਤੁਸੀਂ ਉਹਨਾਂ ਨੂੰ ਅੱਛੇ ਬੀਜ ਵੀ ਦੋਗੇ, ਤੁਸੀਂ ਉਹਨਾਂ ਨੂੰ ਖਾਦ ਵੀ ਸਪਲਾਈ ਕਰੋਗੇ, ਵਾਟਰ ਇਰੀਗੇਸ਼ਨ ਦੇ ਸਭ ਚੀਜ਼ਾਂ ਕਰੋਗੇ, ਤੁਸੀਂ ਉਹ ਚੀਜ਼ਾਂ ਕਰੋਗੇ ਜੋ ਕੁਆਲਿਟੀ ਦੀ ਬੈਸਟ ਆਏ ਔਰ ਦੁਬਈ ਦੀ ਮਾਰਕੀਟ ਨੂੰ ਐਕਸੈਪਟ ਕਰ ਲੇ। ਤੁਹਾਡੀ ਇਨਵੈਸਟਮੈਂਟ ਹੋਏਗੀ। ਹੁਣ ਜਦ ਤੁਹਾਡੀ ਉੱਥੇ ਇਨਵੈਸਟਮੈਂਟ ਹੋਏਗੀ ਤੇ ਤੁਸੀਂ ਚਾਹੋਗੇ ਵੀ ਮੈਂ ਇੰਨਾ ਪੈਸਾ ਲਾ ਰਿਹਾ, ਕੱਲ੍ਹ ਨੂੰ ਕਿਸਾਨਾਂ ਨੇ ਮੇਰੇ ਰਿਵੋਲਟ ਕਰਤਾ, ਮੈਂ ਕੀ ਜਾਊਂਗਾ। ਪਰ ਇਹ ਕੰਟਰੈਕਟ ਫਾਰਮਿੰਗ ਦਾ ਨਵਾਂ ਕਾਨੂੰਨ ਕਹਿੰਦਾ ਹੈ ਕਿ ਇਹ ਕਿਸਾਨ ਪੱਖੀ ਹੈ, ਇਹ ਕੰਪਨੀ ਪੱਖੀ ਨਹੀਂ ਹੈ। ਕੰਪਨੀ ਦਾ ਹੱਕ ਸਿਰਫ ਫਸਲ ਤੇ ਹੈ। ਹੁਣ ਜੇ ਆਪਸ 'ਚ ਡਿਸਪਿਊਟ ਪੈ ਜਾਵੇ, ਠੀਕ ਹੈ, ਤੇ ਜੇ ਕਿਸਾਨ ਬੈਕ ਆਊਟ ਕਰਦਾ ਹੈ ਤੇ ਕੰਪਨੀ ਦੇ ਖਾਤਿਆਂ 'ਚ ਜਾਂ ਪ੍ਰਾਈਵੇਟ ਇੰਡੀਵਿਜੂਅਲ ਦੇ ਖਾਤਿਆਂ 'ਚ ਜਿੰਨਾ ਪੈਸਾ ਉਹਨੇ ਇਨਵੈਸਟ ਕੀਤਾ ਹੈ ਉਨਾ ਹੀ ਕਿਸਾਨ ਨੇ ਇਹਨੂੰ ਦੇਣਾ ਹੈ। ਤੇ ਜੇ ਕੰਪਨੀ ਬੈਕ ਆਊਟ ਕਰਦੀ ਹੈ ਤੇ ਜਿੰਨੀ ਉਹਦੀ ਫਸਲ ਆਣੀ ਸੀਗੀ ਉਸ ਫਸਲ ਨੂੰ ਮਲਟੀਪਲਾਈ ਕਰਕੇ ਵਿਦ ਸ਼ੋਰਟ ਸਮ ਉਹ ਪੈਸਾ ਜਿਹੜਾ ਹੈਗਾ ਕੰਪਨੀ ਨੂੰ ਦੇਣਾ ਪੈਣਾ। ਇਹ ਕਿਸਾਨ ਪੱਖੀ ਨਹੀਂ ਹੋਇਆ। ਫਿਰ ਜੇ ਆਪਸ 'ਚ ਡਿਸਪਿਊਟ ਹੋ ਜਾਏ ਤੇ ਜਾਂ ਤਾਂ ਐਸਡੀਐਮ ਦੀ ਕੋਰਟ 30 ਦਿਨ, ਉਸ ਤੋਂ ਬਾਅਦ ਕਲੈਕਟਰ ਜਾਂ ਡਿਸਟ੍ਰਿਕਟ ਮੈਜਿਸਟਰੇਟ ਜਾਂ ਡੀਸੀ ਜਿਹਨੂੰ ਕਹਿੰਦੇ ਉਹਦੀ ਕੋਰਟ 30 ਦਿਨ, 60 ਦਿਨਾਂ 'ਚ ਉਹਦਾ ਫੈਸਲਾ ਹੋਏਗਾ। ਹੁਣ ਇਹਦੇ ਉੱਪਰ ਇੱਕ ਗੱਲ ਸਮਝਣ ਵਾਲੀ ਹੈ, ਜਿਹੜੇ ਕਿਸਾਨੀ ਬੈਕਗਰਾਊਂਡ ਦੇ ਮੇਰੇ ਵੀਰ ਉਹ ਗੱਲ ਸਮਝਦੇ ਹੋਣੇ ਆ ਕਿ ਜਦ ਇੱਕ ਫਸਲ ਜਿਵੇਂ ਝੋਨਾ ਹੁਣ ਕੱਟਿਆ ਗਿਆ ਤੇ 30 ਦਿਨਾਂ ਦੇ ਅੰਦਰ ਤੁਸੀਂ ਕਣਕ ਬੀਜਣੀ ਸੀਗੀ, ਠੀਕ ਹੈ, ਨਾਲ ਲਸਣ ਪਿਆਜ਼ ਵੀ ਬੀਜਣਾ ਸੀਗਾ, ਠੀਕ ਹੈ। ਹੁਣ ਉਹ ਅਗੇਤੀ ਬਜਾਏ ਪਿਛੇਤੀ ਬਜਾਏ ਅਗਲੇ 15 ਦਿਨ 45 ਦਿਨ ਰੱਖ ਲਓ, ਵੱਧ ਤੋਂ ਵੱਧ 50 ਦਿਨ ਰੱਖ ਲਓ। 50 ਦਿਨਾਂ ਤੋਂ ਬਾਅਦ ਹੁਣ ਕੋਹਰਾ ਪੈਣਾ ਸ਼ੁਰੂ ਹੋ ਗਿਆ, ਹੁਣ ਹੋ ਨਹੀਂ ਸਕਦੀ। ਹੁਣ ਜੇ 30 ਦਿਨ ਦੇ ਅੰਦਰ ਵਕਫੇ ਦੇ ਅੰਦਰ ਡਿਸਪਿਊਟ ਰਿਡਰੈਸਲ ਨਹੀਂ ਹੁੰਦਾ, ਠੀਕ ਹੈ, ਤੇ ਤੁਸੀਂ ਸਿਵਲ ਕੋਰਟ ਚੱਲ ਜਾਓਗੇ ਜੋ ਤੁਸੀਂ ਮੰਗਦੇ ਪਿਓ। ਸਿਵਲ ਕੋਰਟ ਕਹੇਗੀ ਸਟੇ ਲਾਤੀ ਜੀ ਮੈਂ 5 ਸਾਲ ਦੀ, ਸਟੇ ਉਹ 5 ਸਾਲ ਚੱਲਦੀ ਰਹੀ ਤੇ 5 ਸਾਲ ਤੱਕ ਕਿਸਾਨ ਆਪਣੀ ਖੇਤੀ ਨਹੀਂ ਕਰ ਪਾਏਗਾ ਤੇ ਨੁਕਸਾਨ ਕਿਹਦਾ ਹੋਇਆ ਕਿਸਾਨ ਦਾ। ਸੋ ਡਿਸਪਿਊਟ ਰਿਡਰੈਸਲ ਹੋ ਜਾਵੇ। ਡਿਸਪਿਊਟ ਰਿਡਰੈਸਲ ਵੀ ਕਾਨੂੰਨ ਦੇ ਹਿਸਾਬ ਨਾਲ ਹੋਣਾ। ਕਾਨੂੰਨ 'ਚ ਬੜਾ ਸਾਫ਼ ਲਿਖਿਆ ਹੈ ਵੀ ਜੇ ਕਿਸਾਨ ਬੈਕ ਆਊਟ ਕਰਦਾ ਤਾਂ ਕੰਪਨੀ ਜਿੰਨਾ ਪੈਸਾ ਲੱਗਿਆ ਉਨੀ ਦੇਣਦਾਰੀ ਹੈ, ਤੇ ਜੇ ਕੰਪਨੀ ਬੈਕ ਆਊਟ ਕਰਦੀ ਹੈ ਤਾਂ ਕਿਸਾਨ ਨੂੰ ਜਿਹੜੀ ਫਸਲ ਉਗਣ ਤੇ ਜਿਹੜਾ ਪੈਸਾ ਮਿਲਣਾ ਸੀ ਉਹਦੀ ਦੇਣਦਾਰੀ ਹੈ। ਸੋ ਕਲੈਰਿਟੀ ਨਾਲ ਕਿਸਾਨ ਪੱਖੀ ਕਾਨੂੰਨ ਹੈ ਕੰਟਰੈਕਟ ਫਾਰਮਿੰਗ। ਇਸ 'ਚ ਮਾੜਾ ਕੁਛ ਹੈ ਹੀ ਨਹੀਂ ਹੈ। ਪਤਾ ਨਹੀਂ ਕਿਉਂ ਗੱਲ ਨੂੰ ਘੁਮਾਉਂਦੇ ਨੇ, ਪਰ ਐਨੀ ਹਾਓ ਸਰਕਾਰ ਨੇ ਉਹਨਾਂ ਦੀ ਗੱਲ ਵੀ ਰੱਖ ਲਈ ਵੀ ਅਸੀਂ ਜਿਹੜਾ ਹੈਗਾ ਤੁਹਾਨੂੰ ਸਿਵਲ ਕੋਰਟ ਜਾਣਾ ਅਲਾਓ ਕਰ ਰਹੇ ਹਾਂ। ਪਰ ਕਿਸਾਨ ਫਿਰ ਹਾਲੇ ਵੀ ਕਿਸਾਨ ਦੀ ਚਿੰਤਾ ਕਰਦੀ ਸਰਕਾਰ, ਮੋਦੀ ਸਰਕਾਰ। ਉਹਨਾਂ ਨੇ ਕਿਹਾ ਕਿ ਅਸੀਂ ਉੱਥੇ ਫਾਸਟ ਟਰੈਕ ਕੋਰਟ ਬਣਾ ਦਾਂਗੇ ਵੀ ਕੋਰਟ ਜਲਦੀ ਫੈਸਲਾ ਕਰੇ, ਟਾਈਮ ਬਾਉਂਡ ਤਰੀਕੇ 'ਚ ਕਰੇ। ਭਾਵ ਇੰਨਾ ਹੈ ਕਿ ਜੇ 60 ਦਿਨ 'ਚ ਅੰਦਰ ਬਿਜਾਈ ਅਗੇਤੀ ਬਿਜਾਈ ਪਿਛੇਤੀ ਬਿਜਾਈ ਨਹੀਂ ਕੀਤੀ ਤਾਂ ਮੇਰੀ ਜ਼ਮੀਨ ਖਰਾਬ ਹੋ, ਕਣਕ ਬੀਜੀ ਜਾਂ ਉਗਣੀ ਨਹੀਂ ਹੈ, ਉਹ ਪੁੰਗਰਨੀ ਨਹੀਂ ਹੈ, ਫਾਇਦਾ ਹੀ ਕੁਛ ਨਹੀਂ ਹੋਣਾ। ਸੋ ਇਹਨਾਂ ਗੱਲਾਂ ਨੂੰ ਧਿਆਨ ਰੱਖਦੇ ਹੋਏ ਕੰਟਰੈਕਟ ਫਾਰਮਿੰਗ ਬਣਾਈ ਸੀ। ਹੁਣ ਹੋਇਆ ਕੀ ਹੈ, ਪੰਜਾਬ ਦੇ ਅੰਦਰ ਕੈਪਟਨ ਅਮਰਿੰਦਰ ਆਪਣੀ ਜ਼ਮੀਨ ਖੋ ਚੁੱਕਿਆ ਹੈ ਨਾ। ਝੂਠੇ ਵਾਅਦੇ, ਮਤਲਬ ਵਾਅਦੇ ਕਰਕੇ ਝੂਠੇ ਦੇ ਬਾਅਦ 'ਚ ਉਹ ਜਿਹਾ ਪੂਰੇ ਨਹੀਂ ਕੀਤੇ, ਉਹ ਸੱਤਾ 'ਚ ਆ ਗਿਆ। ਅੱਜ ਉਹਦੀ ਲੋਕ ਜਵਾਬਦੇਹੀ ਫਿਕਸ ਕਰਦੇ ਪਏ ਨੇ। ਹੁਣ ਜਵਾਬਦੇਹੀ ਉਹਨਾਂ ਦੀ ਫਿਕਸ ਨਹੀਂ ਹੋ ਰਹੀ ਤੇ ਇਹਨਾਂ ਨੇ ਬੜੇ ਟੈਸਿਟ ਵਰਡ ਹੁੰਦਾ ਅੰਗਰੇਜ਼ੀ ਵੀ ਅਸਿੱਧੇ ਤੌਰ ਤੇ ਇਹਨਾਂ ਨੇ ਇਸ ਅੰਦੋਲਨ ਨੂੰ ਹਵਾ ਲਗਾਉਣੀ ਸ਼ੁਰੂ ਕਰਤੀ। ਹੁਣ ਅੰਦੋਲਨ ਹੋ ਗਿਆ ਬਹੁਤ ਵੱਡਾ, ਹੁਣ ਉਹ ਨਾਲ ਜਾ ਕੇ ਉਹਦੇ ਖੜੇ ਹੋ ਗਏ। ਹੁਣ ਮੈਂ ਕੈਪਟਨ ਅਮਰਿੰਦਰ ਨੂੰ ਪੁੱਛਦਾ ਹਾਂ ਵੀ ਜਦ ਹਾਈ ਕੋਰਟ ਨੇ ਡਿਸਾਈਡ ਕੀਤਾ ਵੀ ਰੇਲਵੇ ਟਰੈਕ ਜਾਂ ਕੋਈ ਰੋਡ ਰੁਕੇਗੀ ਤੇ ਉਸ 'ਤੇ FIR ਦਰਜ ਹੋਏਗੀ, ਇਹਨਾਂ ਨੇ ਦਰਜ FIR ਨਾਲ ਵਾਪਸ ਲੈ ਲਈਆਂ, ਠੀਕ ਹੈ। ਉਸ ਤੋਂ ਬਾਅਦ ਕਿ ਅਸੀਂ ਹੋਰ ਦਰਜ ਨਹੀਂ ਕਰਾਂਗੇ ਤੇ ਕਿਸਾਨੀ ਅੰਦੋਲਨ ਨੂੰ ਭੜਕਾਉਣਾ ਨਾ ਹੋਇਆ। ਹੁਣ ਇਹਨਾਂ ਦੇ ਜਿਹੜੇ MLA MP ਬਿਆਨ ਦੇ ਰਹੇ ਨੇ, ਕਿਸਾਨੀ ਅੰਦੋਲਨ ਨੂੰ ਭੜਕਾਉਣਾ ਨਾ ਹੋਇਆ। ਸੁਪਰੀਮ ਕੋਰਟ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਬੋਲ ਰਹੀ ਹੈ। ਸੁਪਰੀਮ ਕੋਰਟ ਵੀ ਕਹਿੰਦੀ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਕਿਸਾਨ ਕਰ ਸਕਦੇ ਨੇ। ਅਸੀਂ ਕਿਹੜਾ ਹਟਾ ਰਹੇ ਹਾਂ? ਅਸੀਂ ਕਿਹੜਾ ਹਟਾ ਰਹੇ ਹਾਂ? ਸ਼ਾਂਤਮਈ ਕਰ ਸਕਦੇ ਨਾ, ਤੁਹਾਨੂੰ ਪ੍ਰਦਰਸ਼ਨ ਦਾ ਹੱਕ ਹੈ ਡੈਮੋਕ੍ਰੇਸੀ 'ਚ, ਪਰ ਦੂਜੇ ਦੇ ਹੱਕਾਂ ਨੂੰ ਮਾਰਨ ਦਾ ਤੁਹਾਨੂੰ ਹੱਕ ਨਹੀਂ ਹੈ। ਇੱਕ ਸੈਕਿੰਡ ਤੁਹਾਡੀ ਨਾ ਬੈਠੋ, ਤੁਹਾਡੀ ਮਰਜ਼ੀ ਹੈ, ਤੁਸੀਂ ਆਪਣੀ ਮਰਜ਼ੀ ਨਾਲ ਬੈਠੇ। ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ।
ਭੈਣ ਜੀ ਮੈਨੂੰ ਇਹ ਸਮਝਾਓ, ਜਾਨਾਂ ਦੀ ਗੱਲ ਨਹੀਂ, ਤੁਹਾਨੂੰ ਜਿਹੜੇ ਠੰਡ 'ਚ ਬੈਠੇ ਨੇ ਉਹਨਾਂ ਨੂੰ ਬੀਜੇਪੀ ਨੇ ਬਿਠਾਇਆ, ਤੁਸੀਂ ਪ੍ਰੋਟੈਸਟ ਤੁਹਾਡਾ ਹੱਕ ਹੈ ਭੈਣ ਜੀ, ਪ੍ਰੋਟੈਸਟ ਤੁਹਾਡਾ ਹੱਕ ਹੈ, ਧਰਨਾ ਮਾਰਨਾ ਤੁਹਾਡਾ ਹੱਕ ਹੈ, ਪ੍ਰਦਰਸ਼ਨ ਕਰਨਾ ਤੁਹਾਡਾ ਹੱਕ ਹੈ, ਭੁੱਖ ਹੜਤਾਲ ਤੇ ਬੈਠਣਾ ਤੁਹਾਡਾ ਹੱਕ ਹੈ, ਤੁਸੀਂ ਆਪਣੇ ਹੱਕਾਂ ਦੇ ਨਾਲ ਉੱਥੇ ਬੈਠੇ ਹੋ ਤੇ ਬੈਠੋ ਨਾ ਠੰਡ 'ਚ, ਤੁਹਾਨੂੰ ਪਤਾ ਨਹੀਂ ਮੌਸਮ ਖਰਾਬ ਹੈ, ਗਰਮੀ 'ਚ ਆ ਜਾਓ। ਜਿਹੜੀਆਂ ਇਹ ਤਾਂ ਕਦੇ ਤੇ ਜਾਣਾਂਗੇ ਤਾਂ ਬੀਕੇਯੂ ਜ਼ਿੰਮੇਵਾਰ, ਕਿਸਾਨ ਜਥੇਬੰਦੀਆਂ ਜ਼ਿੰਮੇਵਾਰ ਨੇ, ਕੋਈ ਕਿਸਾਨ ਜਥੇਬੰਦੀ ਹਮਦਰਦੀ ਦੇ ਭਾਜਪਾ ਦੇ ਵੱਲੋਂ ਨਹੀਂ ਤਾਂ ਹਮਦਰਦੀ ਕੀ ਹੈ? ਤੁਸੀਂ ਆਪ ਧਰਨੇ ਤੇ ਬੈਠੇ ਹੋ, ਅਸੀਂ ਬਿਠਾਏ ਧਰਨੇ ਤੇ? ਕਿਹਨੇ ਬਿਠਾਇਆ ਸਰ? ਧਰਨੇ ਤੇ ਕਿਹਨੇ ਬਿਠਾਇਆ? ਪਰ ਅਸੀਂ ਧਰਨੇ ਤੇ ਕਿਹਨੇ ਬਿਠਾਇਆ? ਉਹਨਾਂ ਨੂੰ ਆਪ ਬੈਠੇ ਨੇ ਨਾ, ਤਾਂ ਆਪ ਜ਼ਿੰਮੇਵਾਰ ਹੋ। ਤਾਂ ਬੈਠੋ, ਮੰਗਾ ਹੁਣ ਜੇ ਇੱਕ ਝੂਠ ਨੂੰ ਸੱਚ ਬਣਾਈ ਜਾਓਗੇ ਤਾਂ ਅਸੀਂ ਕੀ ਕਰ ਸਕਦੇ? ਇੰਨੇ ਵਿਸਤਾਰ ਤੁਹਾਨੂੰ ਇਹ ਲੱਗਦਾ ਹੈ ਕਿ ਲੱਖਾਂ ਕਿਸਾਨ ਜਿਹੜੇ ਉੱਥੇ ਜਾ ਕੇ ਧਰਨਿਆਂ ਤੇ ਬੈਠੇ ਨੇ ਉਹ ਝੂਠ ਨੂੰ ਸੱਚ ਬਣਾ ਰਹੇ ਨੇ? ਨਹੀਂ ਇਹਨਾਂ ਦੇ ਕਿਸਾਨ ਨਹੀਂ, ਬੀਕੇਯੂ, ਕਾਂਗਰਸ ਔਰ ਆਮ ਆਦਮੀ ਪਾਰਟੀ, ਇਹਨਾਂ ਨੇ ਪਹਿਲੇ ਬੀਕੇਯੂ ਸ਼ੁਰੂ ਹੋਈਆਂ, ਅਲੱਗ-ਅਲੱਗ ਦੇ ਫੈਕਸ਼ਨ ਨੇ, 11-12 ਫੈਕਸ਼ਨ ਨੇ ਬੀਕੇਯੂ ਦੇ। ਇਹਨਾਂ ਨੇ ਇੱਕ ਝੂਠ ਨੂੰ ਬੋਲਦੇ ਆ ਝੂਠ ਨੂੰ ਸੱਚ ਬਣਾਤਾ। ਮੈਂ ਤੁਹਾਨੂੰ ਉਦਾਹਰਨ ਦਿੱਤਾ, ਮੈਂ ਇੱਥੇ ਓਮ ਲਿਖ ਦੇਣਾ, ਪੂਜਾ ਸ਼ੁਰੂ ਕਰ ਦੋ, ਇਹ ਦੀਵਾਰ ਹੀ ਮੈਂ ਹਿਲਾ ਸਕਦਾ, ਕਿਉਂਕਿ ਲੋਕਾਂ ਨੇ ਕਹਿੰਦੇ ਸਾਡਾ ਵਿਸ਼ਵਾਸ ਹੈ। ਪ੍ਰਸਤਾਵ ਕਿਉਂ ਭੇਜਿਆ ਜਾਂਦਾ ਭਾਜਪਾ ਦੇ ਵੱਲੋਂ? ਜੇ ਕਿਸਾਨਾਂ ਦੀਆਂ ਮੰਗਾਂ ਗਲਤ ਨੇ, ਝੂਠੀਆਂ ਨੇ, ਤਾਂ ਫਿਰ ਲਿਖਤੀ ਪ੍ਰਸਤਾਵ ਕਿਉਂ ਭੇਜਿਆ ਜਾਂਦਾ? ਦੋ ਅਲੱਗ-ਅਲੱਗ ਗੱਲਾਂ ਨੇ। ਮੈਂ ਇਹ ਕਿਹਾ ਕਿ ਉਹਨਾਂ ਨੇ ਜਿਹੜੇ 3 ਬਿੱਲ ਹੈ, ਇਹਦੇ ਕਰਕੇ ਐਮਐਸਪੀ ਬੰਦ ਹੋ ਰਹੀ ਹੈ, ਸਰਕਾਰੀ ਖਰੀਦ ਬੰਦ ਹੋ ਰਹੀ, ਸਰਕਾਰੀ ਮੰਡੀ ਬੰਦ ਹੋ ਰਹੀ ਹੈ, ਇਹ ਝੂਠ ਹੈ, ਇਹ ਨਹੀਂ ਹੋ ਰਿਹਾ। ਉਹਨਾਂ ਨੇ ਝੂਠ ਨੂੰ ਸੱਚ ਬਣਾਤਾ, ਉੱਥੇ ਬਿਠਾਤਾ ਜਥੇਬੰਦੀਆਂ ਨੇ। ਹੁਣ ਜਦ ਕ੍ਰਾਸ ਦਾ ਟੇਬਲ ਬਹਿ ਕੇ ਗੱਲਬਾਤ ਕਰਦੇ ਨੇ ਤਾਂ ਉਹਨਾਂ ਕੋਲ ਜਵਾਬ ਨਹੀਂ ਆਉਂਦਾ, ਠੀਕ ਹੈ ਨਾ। ਹੁਣ ਅਸੀਂ ਕੇਂਦਰੀ ਮੰਤਰੀ ਤੋਮਰ ਸਾਹਿਬ ਜਥੇਬੰਦੀ ਨੂੰ ਬੇਨਤੀ ਕਰ ਰਹੇ ਨੇ ਕਿ 3 ਬਿੱਲਾਂ ਦੇ ਜਿਹੜੇ 3 ਕਾਨੂੰਨ ਨੇ ਉਹਨਾਂ ਸੈਕਸ਼ਨ ਦੱਸੋ ਕਿੱਥੇ ਤੁਹਾਡੀ ਐਮਐਸਪੀ ਬੰਦ ਹੋ ਰਹੀ ਹੈ, ਅਸੀਂ ਸੈਕਸ਼ਨ ਬਦਲ ਦਿੰਦੇ ਹਾਂ। ਸੈਕਸ਼ਨ ਦੇ ਕਰਕੇ ਅਸੀਂ ਰੁਕਦੇ ਨਹੀਂ ਹੈ, ਉਹ ਬਦਲ ਹੋਣਾ ਨਹੀਂ, ਕਿਉਂਕਿ ਜਦ ਹੈ ਹੀ ਨਹੀਂ ਉਸ 'ਚ ਤਾਂ ਕਰੋ ਕਿੱਥੇ? ਹੁਣ ਤਾਂ ਮੈਂ ਝੂਠ ਬੋਲਦਾ ਨਾ ਜੀ। ਹੁਣ ਉੱਥੇ ਕੀ ਹੋਇਆ, ਉਹਨਾਂ ਨੇ ਕਿਹਾ ਜੀ 3 ਬਿੱਲਾਂ ਤੋਂ ਬਾਹਰ ਕੀ ਜੀ, ਬਿਜਲੀ ਬਿੱਲ ਕਰ ਲਿਆ, ਉਹ ਧੂਆਂ ਬਿੱਲ ਜੀ এনवायरमेंट ਕਰ ਲਿਆ, ਐਮਐਸਪੀ ਲਿਖਤੀ ਦੋ ਦੇਤੀ, ਠੀਕ ਹੈ ਜੀ। ਹੁਣ ਇਹਨਾਂ 'ਚ ਤੁਸੀਂ ਇਹ ਕਰ ਦਿਓ, ਉਹ ਵੀ ਜੋ ਚੇਂਜਸ ਐਡ ਆਨ, ਨਾਟ ਚੇਂਜਸ ਐਡ ਆਨ, ਜਦ ਉਹ ਵੀ ਕਰਤਾ, ਹੁਣ ਗੱਲ ਅੱਗੇ ਤੋਰੋ, ਦੱਸੋ ਕੀ ਕਰਨਾ? ਬਿੱਲ ਰੱਦ ਕਰਨ 'ਚ ਕੀ ਪ੍ਰੋਬਲਮ ਹੈ? ਬਿੱਲ ਰੱਦ ਕਿਉਂ ਕਰਨਾ? ਨਹੀਂ, ਜਦੋਂ ਸਾਰੀਆਂ ਮੰਗਾਂ ਤੁਸੀਂ ਕਹਿ ਰਹੇ ਹੋ ਕਿਸਾਨਾਂ ਦੀਆਂ ਮੰਨੀਆਂ ਜਾ ਰਹੀਆਂ ਨੇ, ਸੇ ਤੁਸੀਂ ਇੱਕ 3 ਬਿੱਲਾਂ ਵਿੱਚੋਂ ਇੱਕ ਬਿੱਲ ਦੀ ਤਾਂ ਕੋਈ ਚੇਂਜ ਹੀ ਨਹੀਂ ਹੋਈ, 2 ਬਿੱਲਾਂ ਦੇ ਅੰਦਰ ਐਡ ਆਨ ਹੋਇਆ, ਮਾਈਨਸ ਕੁਝ ਨਹੀਂ ਹੋਇਆ, ਤੇ ਫਿਰ ਉਸ 'ਚ ਕੀ ਹੈ? ਕੋਈ ਇਹ ਥੋੜੀ ਹੈ ਕਿ ਉਹਦੇ 25 ਪੁਆਇੰਟ ਸੀ, 25 ਚੇਂਜ ਹੋ ਗਏ, 25 ਵਿੱਚੋਂ ਇੱਕ ਪੁਆਇੰਟ 'ਚ ਐਡ ਆਨ ਹੋਇਆ। ਫਿਰ ਮਸਲੇ ਦਾ ਹੱਲ ਕਿਵੇਂ ਹੋਏਗਾ? ਕਿਸਾਨ ਸਰਹੱਦਾਂ ਤੇ ਬੈਠੇ ਨੇ, ਮੀਟਿੰਗਸ ਨਹੀਂ ਸਰਹੱਦਾਂ ਦਾ ਕੀ ਮਤਲਬ ਹੋ ਗਿਆ ਜੀ? ਤੁਸੀਂ ਕੀ ਕਹਿੰਦੇ ਸਰਹੱਦਾਂ ਸਿੱਧਾ ਗਲਾ ਰੱਖਿਆ? ਦਿੱਲੀ ਦੀਆਂ ਸਰਹੱਦਾਂ, ਦਿੱਲੀ ਦੀ ਸਰਹੱਦਾਂ ਤੇ ਬੈਠੀਆਂ ਤੇ ਕਿਸਾਨ ਆਪਣੀ ਮਰਜ਼ੀ ਨਾਲ ਬੈਠਾ ਹੈ, ਕੋਈ ਫੜ ਕੇ ਥੋੜੀ ਬਿਠਾਇਆ ਕਿਸੇ ਨੇ। ਪਰ ਸਰ ਮੰਗ ਤਾਂ ਖੇਤੀ ਕਾਨੂੰਨਾਂ ਦੀ ਹੈ ਨਾ? ਨਹੀਂ, ਖੇਤੀ ਕਾਨੂੰਨਾਂ ਤੇ ਹੁਣ ਗੱਲ ਕਰ ਹੀ ਰਹੇ ਹਾਂ, ਅਸੀਂ ਆਪਣੀ ਗੱਲ ਰੱਖ ਰਹੇ ਹਾਂ, ਜਵਾਬ ਦੇਣਾ ਕਿ ਉੱਥੇ ਬਹਿ ਕੇ ਵਿੱਚ ਕਿਉਂ ਮਤਭੇਦ ਕਿਉਂ ਹੋ ਰਹੇ ਨੇ? ਇੰਨੀਆਂ ਮੀਟਿੰਗਸ ਮਤਭੇਦ ਤਾਂ ਕਿਉਂ ਹੁੰਦੇ? ਇਹਨਾਂ 'ਚ ਸਿਆਸੀਕਰਨ ਹੋ ਚੁੱਕਿਆ ਹੈ, ਇਹਨਾਂ 'ਚ ਇੰਟਰਸਟ ਹੋਰ ਲੋਕ ਆ ਚੁੱਕੇ ਨੇ, ਖਾਸ ਕਰਕੇ ਜਿਹੜੇ ਕਾਮਰੇਡ ਕਮਿਊਨਿਸਟ ਹੈ, ਜਿਹੜੀ ਵੋਟਾਂ ਦੇ ਨਾਲ ਦੇਸ਼ ਦੀ ਜਨਤਾ ਨੇ ਨਕਾਰ ਦਿੱਤੇ ਨੇ, ਉਹ ਲੋਕ ਇਸ ਦੇ ਵਿੱਚ ਅਖੇ ਅੰਦੋਲਨ ਭੜਕਾਉਣ ਦੀ। ਹੁਣ ਉਹ ਇੱਕ ਯੋਗਿੰਦਰ ਯਾਦਵ ਹੈ ਜਿਹਨੂੰ ਆਮ ਆਦਮੀ ਪਾਰਟੀ ਤੋਂ ਪਹਿਲੇ ਬਾਹਰ ਕੱਢਿਆ, ਉਹਦਾ ਕੀ ਵਜੂਦ ਹੈ? ਉਹਦੀ ਜ਼ਮਾਨਤ ਜ਼ਬਤ 'ਚ ਵੀ ਉਹਨੂੰ ਥੱਲੇ ਵੋਟਾਂ ਪੈਂਦੀਆਂ, ਉਹ ਉੱਥੇ ਫੇਸ ਬਣਿਆ। ਉਹਦਾ ਤਾਂ ਕਿਸਾਨ ਨਹੀਂ ਹੈ ਨਾ, ਕਿਹੜੀ ਖੇਤੀ ਕਰਦਾ ਉਹ ਤਾਂ ਟੀਵੀ ਚੈਨਲ ਤੇ ਬਹਿੰਦਾ ਸੀਗਾ, ਸੈਫੋਲੋਜੀ ਸਰਵੇ ਕੰਪਨੀ ਸੀ ਉਹਦੀ। ਇੱਕ ਮਿੰਟ ਰੁਕ ਜਾ ਇੱਕ ਮਿੰਟ, ਉਹ ਜੋਗਿੰਦਰ ਯਾਦਵ ਤੁਹਾਡਾ ਫੇਸ ਕਿਵੇਂ ਹੋ ਸਕਦਾ? ਜਾਂ ਉਹ ਕਮਿਊਨਿਸਟ ਨੇਤਾ ਜਿਹੜੇ ਐਮਪੀ ਰਹਿ ਚੁੱਕੇ ਕਾਮਰੇਡ ਨੇ, ਉਹ ਤੁਹਾਡਾ ਫੇਸ ਕਿਵੇਂ ਹੋ ਸਕਦਾ? ਮੰਨ ਗਿਆ ਉਗਰਾਹਾਂ ਤੁਹਾਡਾ ਫੇਸ ਹੈ, ਗਲਤ ਨਹੀਂ ਹੈ, ਡੁਕੌਂਦਾ ਤੁਹਾਡਾ ਉਹ ਫੇਸ ਹੈ, ਕੋਈ ਗੱਲ ਨਹੀਂ। ਉਹ ਕੀ ਨਾਮ ਹੈ ਆਪਣੇ, ਉਹ ਜਿਹੜੇ ਡਾਕਟਰ ਸਾਹਿਬ ਨੇ, ਉਹ ਫੇਸ ਨੇ, ਰਾਜੇਵਾਲ ਜੀ ਨੇ, ਲੱਖੋਵਾਲ ਜੀ ਨੇ, ਸਾਰੇ ਕਿਸਾਨ ਲੀਡਰ ਨੇ, ਕੋਈ ਚੱਕਰ ਨਹੀਂ, ਤੁਹਾਡਾ ਫੇਸ ਨੇ, ਪਰ ਉਹ ਕਿਵੇਂ ਫੇਸ ਹੋ ਗਏ ਬਾਕੀ? ਠੀਕ ਹੈ ਨਾ। ਹੁਣ ਪ੍ਰੋਬਲਮ ਹੈ ਕਿ ਜੇ ਤਾਂ ਇਹਨਾਂ ਨੇ ਗੱਲ ਕਰਨੀ ਹੋਏ ਇਹ ਤਾਂ ਨਿਪਟਾ ਲੈਣਗੇ, ਪਰ ਜੇ ਕਮਿਊਨਿਸਟ ਨੈਕਸਲਾਈਟ ਜਥੇਬੰਦੀ ਵਿੱਚ ਆ ਕੇ ਵੜ ਜਾਣਗੀਆਂ ਫਿਰ ਤਾਂ ਕੰਮ ਖਰਾਬ ਹੋ ਰਿਹਾ। ਹੁਣ ਅਸੀਂ ਨਹੀਂ ਕਹਿ ਰਹੇ, ਪ੍ਰੋਗਰਾਮ ਕਹਿ ਰਹੇ ਨੇ, ਔਰ ਬੀਕੇਯੂ ਉਗਰਾਹਾਂ ਹੋਰ 3-4 ਜਥੇਬੰਦੀਆਂ ਉਹਨੂੰ ਓਨ ਕਰ ਰਹੀਆਂ ਨੇ। ਸਰ, ਜਾਂਦੇ ਨਗਰ ਨਿਗਮ ਚੋਣਾਂ ਦੀ ਗੱਲ ਕਰ ਲਈਏ, ਭਾਜਪਾ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ 2022 ਦੇ ਵਿੱਚ ਜਿਹੜੀ ਸਰਕਾਰ ਹੈ ਉਹ ਬਣਾਈ ਜਾਏਗੀ, ਪਰ ਇੱਕ ਪਾਸੇ ਜਿਹੜਾ ਪੁਰਜ਼ੋਰ ਵਿਰੋਧ ਭਾਜਪਾ ਦੀ ਲੀਡਰਸ਼ਿਪ ਦਾ ਪੰਜਾਬ ਦੇ ਵਿੱਚ ਹੋ ਰਿਹਾ ਹੈ, ਅਜਿਹੇ ਦੇ ਵਿੱਚ ਨਗਰ ਨਿਗਮ ਚੋਣਾਂ ਤੇ 2022 ਦੀਆਂ ਚੋਣਾਂ ਕਿਵੇਂ ਸਰ ਕਰੋਗੇ ਤੁਸੀਂ? ਦੇਖੋ, ਮੈਂ ਇੱਕ ਗੱਲ ਤੁਹਾਡੇ ਰਾਹੀਂ ਨਾ ਹੋਰ ਕਹਿਣਾ ਚਾਹੂੰਗਾ, ਅਗਰ 2-3 ਮਿੰਟ ਹੈਗੇ ਨੇ। ਨਗਰ ਨਿਗਮ ਚੋਣਾਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਪੂਰੇ ਦਮ ਨਾਲ ਉਤਰੀ ਹੈ, ਔਰ ਸਾਨੂੰ ਉਮੀਦ ਹੈ ਕਿ ਜੇ ਸੂਬਾ ਸਰਕਾਰ ਨੇ, ਜਿਵੇਂ ਪਿੱਛੇ ਚੋਣਾਂ ਹੋਈਆਂ ਸੀਗੀਆਂ ਤਾਂ 2 ਸਾਲ ਪਹਿਲੇ ਪੰਚਾਇਤਾਂ ਦੀਆਂ ਔਰ ਮਿਊਨਿਸਪੈਲਿਟੀ ਔਰ ਬਾਕੀ ਜਿਹੜੀ ਇਹ ਤਾਂ ਪੂਰੀ ਦੀ ਨਹੀਂ ਹੋਣੀ, 160 ਨੇ, ਅੱਜ 102 ਦੀ ਹੋ ਰਹੀਆਂ ਨੇ, ਉਸ 'ਚ ਜਿਹੜੀ ਮਾਰ ਕੁਟਾਈ ਕੀਤੀ ਸੀਗੀ, ਬੰਦਾ ਨੋਮੀਨੇਸ਼ਨ ਪੇਪਰ ਦੇਣ ਜਾ ਰਿਹਾ, ਥੱਪੜ ਮਾਰ ਤੇ ਫਾੜਤਾ, ਉਹ ਨਾ ਕੀਤਾ, ਤੇ ਡੈਫੀਨੇਟਲੀ ਜਿਹੜੀ ਹੈ ਇਸ 'ਚ ਬਹੁਤ ਅੱਛੇ ਰਿਜ਼ਲਟ ਆਉਣਗੇ। ਤਾਂ ਹੀ ਬੀਜੇਪੀ ਨੇ ਕਿਹਾ ਕਿ ਸੈਂਟਰਲ ਫੋਰਸਿਸ ਦੇ ਉੱਥੇ ਹੋਏ। ਦੂਜਾ ਗੱਲ, ਪੰਜਾਬ ਦੇ ਅੰਦਰ ਜਿਹੜੀਆਂ ਸਾਡੇ ਦਿਨਾਂ ਤੇ ਬੀਜੇਪੀ ਉੱਪਰ ਪਿਛਲੇ ਦਿਨਾਂ ਇੱਕ ਐਲੀਗੇਸ਼ਨ ਲੱਗਿਆ ਕਿ ਕਿਸਾਨੀ ਅੰਦੋਲਨ ਦੇ ਅੰਦਰ ਧਾਰਮਿਕ ਸਦਭਾਵ ਖਰਾਬ ਕਰਨ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ। ਇਹ ਸੁਖਬੀਰ ਬਾਦਲ ਜਿਹੜੇ ਅਕਾਲੀ ਦਲ ਦੇ ਲੀਡਰ ਨੇ, ਉਹਨਾਂ ਨੇ ਕਿਹਾ ਕਿ ਵੀ ਸੈਂਟਰ ਤੇ ਉਹਦੀ ਏਜੰਸੀਆਂ ਇਹ ਇੱਥੇ ਧਾਰਮਿਕ ਸਦਭਾਵ ਖਰਾਬ ਕਰ ਸਕਦੀਆਂ। ਫਿਰ ਅਗਲੇ ਦਿਨ ਟੁਕੜੇ ਦਾ ਐਲੀਗੇਸ਼ਨ ਲਗਾਤਾ। ਸੁਨੀਲ ਜਾਖੜ ਜਿਹੜੇ ਕਾਂਗਰਸ ਪ੍ਰਧਾਨ ਨੇ, ਉਹਨਾਂ ਨੇ ਗੱਲ ਅੱਗੇ ਚੱਕ ਲਈ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਬੋਲਣ ਲੱਗ ਪਈ। ਇਹ ਇਹਨਾਂ ਦੋਗਲਾਪਨ ਹੈ, ਇਹ ਦੋਹਰਾਪਨ ਹੈ, ਝੂਠ ਹੈ।
ਇਹ ਮੇਰੀ ਚੈਲੰਜ ਹੈ ਕਾਂਗਰਸ, ਆਮ ਆਦਮੀ ਪਾਰਟੀ ਔਰ ਅਕਾਲੀ ਦਲ ਨੂੰ, ਕੋਈ ਸੈਂਟਰ ਗਵਰਨਮੈਂਟ ਦਾ ਇੱਕ ਐਕਸ਼ਨ ਦੱਸ ਦੇਣ ਜਾਂ ਬੀਜੇਪੀ ਦਾ ਐਕਸ਼ਨ ਦੱਸਣ ਜਿਹਦੇ ਕਰਕੇ ਧਾਰਮਿਕ ਸਦਭਾਵ ਖਰਾਬ ਹੁੰਦਾ ਹੋਵੇ। ਲੇਕਿਨ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੇ ਕਰਕੇ ਧਾਰਮਿਕ ਸਦਭਾਵ ਕਿਉਂ ਖਰਾਬ ਹੋ ਰਿਹਾ। ਪੰਜਾਬ ਦੇ ਅੰਦਰ ਇੱਕ ਕਿਸਾਨ ਜਥੇਬੰਦੀ, ਇੱਕ ਪਾਰਟੀ ਤੋਂ ਕੱਢੇ ਹੋਏ ਐਮਐਲਏ ਨੇ ਕਾਲੀ ਦੀਵਾਲੀ ਦੀ ਕਾਲ ਦਿੱਤੀ। ਅਕਾਲੀ ਦਲ, ਆਮ ਆਦਮੀ ਪਾਰਟੀ ਔਰ ਕਾਂਗਰਸ ਚੁੱਪ ਕਿਉਂ ਰਹੇ? ਦੁਸ਼ਹਿਰੇ ਦੇ ਉੱਪਰ ਪੁਤਲੇ, ਪ੍ਰਾਈਮ ਮਿਨਿਸਟਰ ਦੇ ਪੁਤਲੇ ਜਲਾਉਣ ਦੀ ਕਾਲ ਦਿੱਤੀ। ਇੱਕ ਪਾਸੇ ਕਾਂਗਰਸ ਪੰਜਾਬ ਦੀ ਕਾਂਗਰਸ ਸਰਕਾਰ ਨੇ ਦੁਸ਼ਹਿਰਾ ਕਮੇਟੀ ਨੂੰ ਪਰਮਿਸ਼ਨ ਨਹੀਂ ਦਿੱਤੀ ਕਿ ਤੁਸੀਂ ਪੁਤਲੇ ਜਲਾ ਲਓ, ਕੁਛ ਨੂੰ ਦਿੱਤੀ, ਮੈਜੋਰਟੀ ਨੂੰ ਮਨਾ ਕਰਤਾ। ਔਰ ਦੂਜੇ ਪਾਸੇ 300 ਪੁਤਲੇ ਜਲਾਤੇ, ਜਾਖੜ ਸਾਹਿਬ ਕਲੇਮ ਕਰਦੇ ਸੀਗੇ। ਤੇ ਇਹਨਾਂ ਨੂੰ ਪਰਮਿਸ਼ਨ ਕਿਉਂ ਦਿੱਤੀ? ਤੇ ਇਹਨਾਂ ਨੂੰ ਦਿੱਤੀ ਤਾਂ ਦੁਸ਼ਹਿਰਾ ਕਮੇਟੀ ਨੂੰ ਦੇ ਦੇ, ਤੇ ਜੇ ਇਹਨਾਂ ਨੂੰ ਨਹੀਂ ਦਿੱਤੀ ਤਾਂ ਪਰਚਾ ਕਿਉਂ ਨਹੀਂ ਦਰਜ ਕੀਤਾ? ਬੀਕੇਯੂ ਵੀ ਕਲੇਮ ਕਰੀ ਪੁਤਲੇ ਸਾੜੇ ਨੇ। ਮੇਰਾ ਇੰਨਾ ਕਹਿਣਾ ਹੈ ਕਿ ਇਹ ਤਿੰਨ ਪੋਲੀਟੀਕਲ, ਹਾਲੇ ਗੱਲ ਲੰਬੀ 2-3 ਮਿੰਟ ਲਊਂਗਾ, ਤਿੰਨ ਪੋਲੀਟੀਕਲ ਪਾਰਟੀਆਂ ਜਦ ਬਹੁਸੰਖਕ ਸਮੁਦਾਇ ਦਾ ਤਿਉਹਾਰ ਆਉਂਦੇ ਨੇ ਜਿਹਨੂੰ ਸਾਰੇ ਪੰਜਾਬੀ ਮਨਾਉਂਦੇ, ਹਿੰਦੂ ਸਿੱਖ ਦੋਨੋਂ ਮਨਾਉਂਦੇ ਨੇ, ਉਹਦੇ ਉੱਪਰ ਕਾਲੀ ਦੀਵਾਲੀ ਤੇ ਦੁਸ਼ਹਿਰੇ ਦੇ ਪੁਤਲੇ ਜਲਾਉਣ ਦੇ ਕਾਲ ਨੂੰ ਕਿਉਂ ਨਹੀਂ ਇਹਨਾਂ ਨੇ ਅਪੋਜ਼ ਕੀਤਾ? ਧਾਰਮਿਕ ਸਦਭਾਵ ਦਾ ਖਰਾਬ ਕਰਨ ਦਾ ਕਦਮ ਤੁਸੀਂ ਚੱਕ ਰਹੇ ਹੋ। ਇੱਕ ਮੁਕੇਰੀ ਅੰਦਰ ਪੋਸਟਰ ਆਉਂਦਾ ਹੈ, ਗੱਡੀ ਉੱਪਰ ਪੋਸਟਰ ਲੱਗਿਆ ਸੀ ਕਿ ਗਊ ਮਾਤਾ ਦਾ ਦੁੱਧ ਦੀ ਜਗ੍ਹਾ ਮੂਤ ਪੀਣ ਵਾਲੇ ਸਾਨੂੰ ਉਹਨਾਂ ਸਮਝਾਣ ਕਿਸਾਨੀ ਸੰਘਰਸ਼ ਕਿਆ ਹੈ। ਲੋਕਾਂ ਨੇ ਗੱਡੀ ਰੋਕ ਲਈ, ਉਹਨਾਂ ਦਾ ਪੋਸਟਰ ਹਟਾ, ਉਹਨੇ ਪੋਸਟਰ ਨਹੀਂ ਹਟਾਇਆ, ਉਹ ਥਾਣੇ ਚਲਾ ਗਿਆ। ਤੇ ਜਿਹੜੇ ਲੋਕ ਪੋਸਟਰ ਅਪੋਜ਼ ਕਰ ਰਹੇ ਸੀਗੇ ਉਹਨਾਂ ਦੇ ਉੱਪਰ ਪਰਚਾ ਦਰਜ ਹੋ ਗਿਆ। ਤੇ ਇਹ ਤਿੰਨ ਪੋਲੀਟੀਕਲ ਪਾਰਟੀ ਚੁੱਪ ਰਹੀਆਂ ਵੀ ਗਊ ਮਾਤਾ ਦੇ ਵਿੱਚ ਇਹ ਅਪਸ਼ਬਦ ਨਹੀਂ ਬੋਲਨੇ, ਗਲਤ ਹੈ। ਕਿਸਾਨ ਜਥੇਬੰਦੀ ਦੇ ਮੰਚ ਦੇ ਉੱਪਰ ਯੋਗਰਾਜ ਸਿੰਘ ਬੋਲਦਾ ਹੈ, ਹਿੰਦੂ ਬਹੁ ਬੇਟੀਆਂ ਬਾਰੇ ਅਪਸ਼ਬਦ ਬੋਲਦਾ, ਤੁਹਾਨੂੰ ਸਾਰਿਆਂ ਨੂੰ ਪਤਾ ਜੋ ਉਹਨੇ ਬੋਲੇ ਨੇ। ਕਿਸਾਨ ਜਥੇਬੰਦੀਆਂ ਨੇ ਕੰਡੈਮ ਨਹੀਂ ਕੀਤਾ, ਤਿੰਨ ਪੋਲੀਟੀਕਲ ਪਾਰਟੀਆਂ ਚੁੱਪੀ ਧਾਰੀ ਬੈਠੇ ਰਹੀਆਂ। ਸੋ ਇਹ ਤਿੰਨ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਚੁੱਪੀ ਹੈ ਇਹ ਕੰਮ ਖਰਾਬ ਕਰ ਰਹੀ ਹੈ। ਬੀਜੇਪੀ ਤਾਂ ਕੁਝ ਕਰ ਹੀ ਨਹੀਂ ਰਹੀ। ਇਹ ਦੱਸਣ ਨਾ ਦੀਵਾਲੀ ਕਾਲੀ ਕਿਉਂ, ਦੁਸ਼ਹਿਰਾ ਦੇ ਉੱਪਰ ਪੁਤਲੇ ਜਲਾਣੇ ਕਿਉਂ, ਗਊ ਮਾਤਾ ਦਾ ਅਪਮਾਨ ਕਿਉਂ, ਹਿੰਦੂ ਬਹੁ ਬੇਟੀਆਂ ਬਾਰੇ ਕਿਉਂ, ਇਹਦੇ ਉੱਪਰ ਸਭ ਚੁੱਪ ਕਿਉਂ ਹੈ? ਇਹੀ ਕੰਮ ਧਾਰਮਿਕ ਸਦਭਾਵ ਖਰਾਬ ਕਰ ਬੀਜੇਪੀ ਨੇ ਕਰੀ। ਬੀਜੇਪੀ ਨੇ ਰਿਐਕਟ ਨਹੀਂ ਕੀਤਾ ਸੀਗਾ ਜਦ ਕਾਲੀ ਦੀਵਾਲੀ ਦੀ ਕਾਲ ਚੁੱਪ ਰਹੇ, ਦੁਸ਼ਹਿਰੇ ਦੀ ਹੈ ਚੁੱਪ ਰਹੇ, ਪਰ ਜਦ ਸਾਡੇ ਉੱਪਰ ਐਲੀਗੇਸ਼ਨ ਲੱਗਣ ਲੱਗੇ ਤਾਂ ਅਸੀਂ ਇਹ ਜਵਾਬ ਦੇ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਲਈ। ਇਹ ਸੀ ਸਾਡੇ ਨਾਲ ਭਾਜਪਾ ਦੇ ਸੀਨੀਅਰ ਲੀਡਰ ਵਿਨੀਤ ਜੋਸ਼ੀ, ਜਿਨ੍ਹਾਂ ਦੇ ਨਾਲ ਅਸੀਂ ਕਿਸਾਨੀ ਅੰਦੋਲਨ ਬਾਰੇ ਖਾਸ ਤੌਰ ਤੇ ਗੱਲਬਾਤ ਕੀਤੀ ਔਰ ਨਗਰ ਨਿਗਮ ਚੋਣਾਂ ਤੇ 2022 ਪੰਜਾਬ ਵਿਧਾਨ ਸਭਾ ਦਾ ਚੋਣਾਂ ਜਿੱਤਣ ਦਾ ਦਾਅਵਾ ਜਿਹੜਾ ਲਗਾਤਾਰ ਭਾਜਪਾ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਸ ਦੇ ਬਾਰੇ ਖਾਸ ਤੌਰ ਤੇ ਗੱਲਬਾਤ ਕੀਤੀ ਹੈ। ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਦੇ ਵਿੱਚ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।